ਪੁੱਤ ਜੱਟਾਂ ਦੇ ਸ਼ੌਂਕੀ ਹੁੰਦੇ ਫੋੜ ਬੁਲਟ ਤੇ ਜੀਪਾਂ ਦੇ। ਇੱਕ ਲਗਜ਼ਰੀ ਗੱਡੀ ਦਾ ਸਸਪੈਂਸ਼ਨ ਹੈ ਜੀ, ਐ ਨਹੀਂ ਜਿਵੇਂ ਜੀਪਾਂ ਇੱਕ ਆ ਜਾਂਦੀ ਹਲਕੀ ਜੀਪ ਹੋ ਗਈ ਬਈ ਚੱਕ ਚੱਕ ਮਾਰੂਗੀ। ਇਹ 10ਵੀਂ ਕੀਤੀ ਹੋਈ ਤੁਸੀਂ? ਹਾਂਜੀ 10ਵੀਂ ਪਾਸ ਕੀਤੀ ਹੈ ਜੀ। ਨੌਨ ਮੈਡੀਕਲ ਕੁਛ ਵੀ ਨਹੀਂ ਜੀ, ਕੋਈ ਪੜ੍ਹਾਈ ਨਹੀਂ ਕੀਤੀ? ਨਾ ਜੀ ਕੋਈ ਪੜ੍ਹਾਈ ਨਹੀਂ ਕੀਤੀ, ਕੋਈ ਕਿਤੋਂ ਟ੍ਰੇਨਿੰਗ ਨਹੀਂ ਲਈ। ਇਹਨੂੰ ਲੋਚ ਕਰਕੇ ਜੀ ਟਰੈਕਟਰ ਨੂੰ ਖਿੱਚ ਕੇ ਸਟਾਰਟ ਕਰ ਦੂਗੀ। ਅੱਛਾ, ਇੰਨੀ ਪਾਵਰ ਹੈ ਜੀ ਇਹਦੀ। ਕੀ ਬਾਤ ਹੈ। ਜਿੰਨਾ ਮਰਜ਼ੀ ਲੋਡ ਪਾ ਦਿਓ, ਕੋਈ ਦਿੱਕਤ ਨਹੀਂ। ਇਹ ਪੰਜਾਬ ਦੀ ਪਹਿਲੀ ਇਲੈਕਟ੍ਰਿਕ ਜੀਪ ਜਿਹੜੀ ਤੁਸੀਂ ਤਿਆਰ ਕਰਤੀ, ਹਾਂਜੀ ਕਿਵੇਂ ਜ਼ਿਹਨ ਦੇ ਵਿੱਚ ਆਉਂਦਾ ਹੈ, ਕਿਵੇਂ ਇਹ ਇਲੈਕਟ੍ਰਿਕ ਜੀਪ ਤੁਸੀਂ ਤਿਆਰ ਕਰ ਦਿੰਦੇ ਹੋ? ਡਿਸਕ ਬ੍ਰੇਕ ਹੈ ਜੀ, ਜਿਵੇਂ ਆਪਾਂ ਕੰਪਨੀ ਟਾਈਪ ਗੱਡੀ ਤਿਆਰ ਕੀਤੀ ਹੈ, ਚਾਰੇ ਟਾਇਰ ਇਕੱਠੇ ਜਾਮ ਹੋ ਜਾਣੇ ਇਹਦੇ। ਜੇ ਫੁੱਲ ਚਾਰਜ ਕਰੀਏ ਤਾਂ ਕਿੰਨੇ ਕਿਲੋਮੀਟਰ ਚੱਲ ਜਾਂਦੀ ਹੈ, ਔਰ ਫੁੱਲ ਚਾਰਜ ਕਰਨ ਨੂੰ ਕਿੰਨਾ ਟਾਈਮ ਲੱਗਦਾ ਹੈ? ਇਹ 150 ਕਿਲੋਮੀਟਰ ਤੱਕ ਚੱਲ ਜਾਂਦੀ ਹੈ ਜੀ, ਤੇ ਫੁੱਲ ਚਾਰਜ ਤੇ ਇਹਦਾ ਲੱਗ ਜਾਂਦਾ ਜੀ ਆਪਣਾ 4 ਘੰਟਿਆਂ ਦੇ ਵਿੱਚ ਫੁੱਲ ਚਾਰਜ ਹੋ ਜਾਂਦਾ। ਅਗਰ ਅਸੀਂ ਡੱਬ ਵਾਲੀ ਜਾ ਕੇ ਜੀਪਾਂ ਤਿਆਰ ਕਰਵਾਉਂਦੇ ਨੇ, ਜੀਪਾਂ ਲੈ ਕੇ ਵੀ ਆਉਂਦੇ ਨੇ, ਹਾਂਜੀ, ਤਾਂ ਇਹ ਸਾਰਾ ਜਿਹੜਾ ਤੁਸੀਂ ਇਹ ਬੋਡੀ ਹੈ ਇਹ ਆਪ ਤਿਆਰ ਕੀਤੀ ਹੈ ਜਾਂ ਕਿੱਥੋਂ ਤੁਸੀਂ ਲੈ ਕੇ ਆਏ ਹੋ? ਅਸੀਂ ਇਹਦੀ 90% ਬੋਡੀ ਆਪ ਤਿਆਰ ਕੀਤੀ ਹੈ ਜੀ। ਜਿਵੇਂ ਆਟੋਮੈਟਿਕ ਗੱਡੀਆਂ ਦੇ ਵਿੱਚ ਹੁੰਦਾ ਡਰਾਈਵ ਮੋਡ ਜਾਂ ਫਾਸਟ ਮੋਡ, ਹਾਂਜੀ ਉਹ ਆ ਗਿਆ। ਪਲੱਸ ਇਹ ਜਿੱਦਾਂ ਆਪਾਂ ਜੀਪਾਂ ਮਗਰ ਜੀਪ ਤੋਂ ਜਿਹੜੇ ਪਿੰਡਾਂ ਵਾਲੇ ਆਪਾਂ ਜ਼ਿਮੀਂਦਾਰ ਹੁੰਦੇ ਟਰੈਕਟਰ ਦਾ ਕੰਮ ਲੈਂਦੇ ਆ ਜੀਪਾਂ ਤਿਆਰ ਕਰਾਉਣ ਚ, ਕਿਉਂਕਿ ਦੇਖੋ ਸ਼ੌਂਕ ਜਿਹਨੂੰ ਹੈਗਾ ਉਹਨੇ ਦਾ ਪੈਸਾ ਨਹੀਂ ਵੇਖਣਾ, ਹਾਂਜੀ, ਪਰ ਫਿਰ ਵੀ ਜੇਕਰ ਕੋਈ ਵਿਅਕਤੀ ਜੀਪ ਤਿਆਰ ਕਰਾਉਣਾ ਚਾਹੁੰਦਾ ਹੈ, ਕਿੰਨਾ ਖਰਚਾ ਆ ਜਾਊਗਾ ਇਸ ਜੀਪ ਤੇ? ਤਾਂ ਸਪੀਡ ਕਿੰਨੀ ਜਾਂਦੀ ਹੈ ਜੀ? 75 ਤੇ ਜੀ। 75 ਤੇ ਸਕੂਟੀ ਦੇ ਬਰਾਬਰ? ਹਾਂ, ਸਕੂਟੀ ਨਾਲ ਜ਼ਿਆਦਾ ਸ਼ਰਤ ਲਾਈ ਸੀ ਸਕੂਟੀ ਨਾਲ। ਤੁਸੀਂ ਹਾਂ ਕਿਵੇਂ? ਕਿੱਲੇ ਦੀ ਵੀ ਜਿਹੜਾ ਮੈਂ ਪਿੱਛੇ ਰਹਿ ਗਿਆ ਮੈਂ ਦੇ ਬਾਹਰ ਵੀ ਆਪਾਂ ਲਾ ਦਈਏ, ਹਾਂਜੀ, ਕੋਈ ਐ ਨਹੀਂ ਕਿ ਤਾਰਾਂ ਜੋੜ ਕੇ ਨਾ ਚਾਬੀ ਜੀ, ਦੂਜੀ ਲਾ ਕੇ ਚੋਰੀ ਕਰਕੇ ਲੈ ਇਹ ਚੀਜ਼ ਦਾ ਆਪਾਂ ਚੈਲੰਜ ਕਰ ਦਿੰਨੇ ਜੀ। ਕੋਈ ਵੀ ਇਹ ਚੀਜ਼ ਤਾਂ ਆਹ 6 ਲੱਖ ਦੀ ਜੀਪ ਬਾਈ ਫ੍ਰੀ ਚ ਦੇ ਦੂਗਾ ਜੇ ਕੋਈ ਬਿਨਾ ਇਸ ਨੂੰ ਆਹ ਮੋਬਾਈਲ ਬਾਹਰੋਂ ਇਹਨੂੰ ਮੋਬਾਈਲ ਤੋਂ ਬਿਨਾ, ਹਾਂ ਮੋਬਾਈਲ ਤੋਂ ਬਿਨਾ ਸਟਾਰਟ ਕਰਕੇ ਦਿਖਾ। ਹਾਂਜੀ, ਬਾਹਰ ਦੀ ਬਾਹਰ ਜੇ ਕੋਈ ਜਦੋਂ ਪੜ੍ਹਾਈ ਦੇ ਵਿੱਚ ਤੇਜ਼ ਨਹੀਂ ਸੀਗਾ ਜਾਂ ਕਹਿ ਲਓ ਕਿ ਪੜ੍ਹਾਈ ਨਹੀਂ ਕਰ ਰਿਹਾ ਸੀ, ਤਾਂ ਉਦੋਂ ਆਉਂਦਾ ਸੀਗਾ ਦਿਮਾਗ ਦੇ ਵਿੱਚ ਕੀ ਕਰੂਗਾ ਵੱਡੇ ਹੋ ਕੇ, ਕਿੱਥੇ ਇਹਨੂੰ ਲਾਵਾਂਗੇ, ਕੀ ਕਰਾਂਗੇ? ਤਾਂ ਇਹ ਕਦੀ ਜ਼ਿਹਨ ਦੇ ਵਿੱਚ ਆਉਂਦੀਆਂ ਸੀ ਚੀਜ਼ਾਂ? ਸੋਚਿਆ ਤਾਂ ਫਿਕਰ ਤਾਂ ਹੁੰਦਾ ਹੀ ਹਰ ਬਾਪ ਨੂੰ, ਹੈ ਨਾ, ਬੱਚੇ ਦਾ। ਹਰ ਮੁੰਡਾ ਬਾਹਰ ਜਾਈ ਜਾਂਦਾ, ਇਹਨੂੰ ਮੈਂ ਪੁੱਛਿਆ ਬੇਟਾ ਪੜ੍ਹ ਜਾ, ਬਾਹਰ ਬੂਰ ਦਾ ਬਣ ਜੂ ਤੇਰਾ। ਡੈਡੀ ਮੈਂ ਜਾਣਾ ਹੀ ਨਹੀਂ ਬਾਹਰ, ਅੱਛਾ ਆਪਾਂ ਇੱਥੇ ਹੀ ਕੰਮ ਕਰਨਾ ਹੈ। ਫੌਜ ਦੀ ਭਰਤੀ ਵੇਖ ਲਾ, ਆ ਪੁਲਿਸ ਦੀ ਭਰਤੀ ਭਰਦੇ ਮੈਂ ਅੱਜ ਦੀ ਕੋਈ ਵੀ ਸਰਕਾਰੀ ਪੋਸਟ ਨਹੀਂ ਭਰੀ। ਜਦੋਂ ਆਪਣੇ ਕੋਲੇ ਕਾਬਲੀਅਤ ਆਪਾਂ ਕਰ ਸਕਦੇ ਜੀ। ਮੈਂ ਕਿਸੇ ਦੀ ਨੌਕਰੀ ਹੱਥ ਨਹੀਂ ਮਾਰ ਉਹ ਲੱਤ ਨਹੀਂ ਡਾ ਸਕਦਾ। ਪੰਜਾਬੀ ਗੀਤ ਸੁਣਿਆ ਹੈ, ਪੁੱਤ ਜੱਟਾਂ ਦੇ ਸ਼ੌਂਕੀ ਹੁੰਦੇ ਫੋੜ ਬੁਲਟ ਤੇ ਜੀਪਾਂ ਦੇ। ਪੰਜਾਬ ਦੀ ਗੱਲ ਕਰ ਲਈਏ ਤਾਂ ਪੰਜਾਬੀਆਂ ਦਾ ਕਹਿੰਦੇ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ। ਪੰਜਾਬੀਆਂ ਨੇ ਜਿਹੜੇ ਸ਼ੌਂਕ ਪਗਾਉਣੇ ਨੇ ਉਹ ਪਗਾਉਂਦੇ ਹੀ ਨੇ। ਇਸ ਵੇਲੇ ਅਸੀਂ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਅਬਲੂ ਕੋਟਲੀ ਦੇ ਵਿੱਚ ਮੌਜੂਦ ਆ, ਔਰ ਬਾਈ ਸਿਮਰਜੀਤ ਸਾਡੇ ਨਾਲ ਮੌਜੂਦ ਹੈ, ਔਰ ਜੀਪ ਦੇ ਵਿੱਚ ਬੈਠੇ ਹੋਏ ਆ। ਜੀਪ 'ਚ ਬੈਠੇ ਹੋਏ ਆ। ਜੀਪ ਦਾ ਜ਼ਿਕਰ ਕਿਉਂ ਕਰ ਰਹੇ ਆ? ਕਿਉਂਕਿ ਇਹ ਜੀਪ ਪੰਜਾਬ ਦੀ ਪਹਿਲੀ ਇਲੈਕਟ੍ਰਿਕ ਜੀਪ ਹੈ। ਬਾਈ ਸਿਮਰਜੀਤ ਉਹਨਾਂ ਨੇ ਇਹ ਖਰੀਦੀ ਨਹੀਂ ਹੈ, ਇਹ ਆਪ ਬਣਾਈ ਹੈ। ਕਿਵੇਂ ਬਾਈ ਦੇ ਜ਼ਿਹਨ ਦੇ ਵਿੱਚ ਆਇਆ ਕਿ ਇਲੈਕਟ੍ਰਿਕ ਜੀਪ ਬਣਾਉਣੀ ਹੈ? ਕਿਉਂਕਿ ਡੱਬ ਵਾਲੀ ਜਾਂਦੇ ਆ, ਅਸੀਂ ਦੇਖਦੇ ਆ ਲੋਕ ਜੀਪਾਂ ਤਿਆਰ ਕਰਵਾ ਕੇ ਆਪਣੇ ਘਰਾਂ ਦੇ ਵਿੱਚ ਲੈ ਕੇ ਆਉਂਦੇ ਨੇ, ਤਾਂ ਬਾਈ ਨੇ ਆਪਣੇ ਘਰ ਦੇ ਵਿੱਚ ਹੀ ਇਹ ਜੀਪ ਤਿਆਰ ਕਰ ਦਿੱਤੀ ਹੈ। ਬਾਈ ਨਾਲ ਗੱਲਬਾਤ ਕਰਦੇ ਆ। ਬਾਈ ਬਹੁਤ ਬਹੁਤ ਸਵਾਗਤ ਹੈ ਪ੍ਰੋ ਪੰਜਾਬ ਟੀਵੀ ਤੇ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਮੇਰੇ ਤੇ ਆਉਣ ਤੇ। ਬਾਈ ਜਿਵੇਂ ਮੈਂ ਜ਼ਿਕਰ ਕੀਤਾ ਕਿ ਪੰਜਾਬੀਆਂ ਦੇ ਕਹਿੰਦੇ ਜਿਹੜੇ ਸ਼ੌਂਕ ਹੁੰਦੇ ਨੇ ਉਹਨਾਂ ਦਾ ਕੋਈ ਮੁੱਲ ਨਹੀਂ ਹੁੰਦਾ, ਵੈਸੇ ਹੀ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ। ਤਾਂ ਸਭ ਤੋਂ ਪਹਿਲਾਂ ਜੀਪ ਦੀ ਮੈਂ ਗੱਲ ਕਰਦਾ। ਹਾਂਜੀ, ਇਹ ਪੰਜਾਬ ਦੀ ਪਹਿਲੀ ਇਲੈਕਟ੍ਰਿਕ ਜੀਪ ਜਿਹੜੀ ਤੁਸੀਂ ਤਿਆਰ ਕਰਤੀ, ਹਾਂਜੀ, ਕਿਵੇਂ ਜ਼ਿਹਨ ਦੇ ਵਿੱਚ ਆਉਂਦਾ ਹੈ, ਕਿਵੇਂ ਇਹ ਇਲੈਕਟ੍ਰਿਕ ਜੀਪ ਤੁਸੀਂ ਤਿਆਰ ਕਰ ਦਿੰਦੇ ਹੋ? ਹਾਂਜੀ, ਮੇਨਲੀ ਜੀ ਮੇਰਾ ਸ਼ੁਰੂ ਤੋਂ ਮਕੈਨੀਕਲ ਦਾ ਸ਼ੌਂਕ ਸੀਗਾ। ਮੈਂ ਪਹਿਲਾਂ ਮੋਟਰਸਾਈਕਲ ਵੀ ਤਿਆਰ ਕੀਤੇ ਹੋਏ ਆ ਜੀ, ਸਾਈਕਲ ਵੀ ਤਿਆਰ ਕੀਤੇ ਆ। ਅੱਛਾ। ਤੇ ਸ਼ੌਂਕ ਅੱਗੇ ਵੱਧਦਾ ਗਿਆ ਜੀ ਵਹੀਕਲ ਤਿਆਰ ਕਰਨ ਵਾਸਤੇ। ਨਾਲ ਨਾਲ ਮੈਨੂੰ ਲੱਗਦਾ ਸੀਗਾ ਕਿ ਕੋਈ ਵੱਡੀ ਚੀਜ਼ ਕਰੀਏ, ਬਸ ਆਹੀ ਵਾਰ ਵੱਧ ਕੇ ਕਰੀਏ ਜੀ, ਪਿੱਛੇ ਨਾ ਮੁੜ ਗਏ। ਅੱਛਾ। ਉਹਦਾ ਕਰਕੇ ਜੀ ਮੈਨੂੰ ਇੱਕ ਸਾਡੇ ਘਰ 'ਚ ਪੁਰਾਣੀ ਮੇਰੇ ਦਾਦੇ ਦੀ ਜੀਪ ਹੁੰਦੀ ਸੀ, ਉਹ ਡੈਡੀ ਵਰਗੇ ਨੇ ਵੀ ਚਲਾਈ ਆ, ਮੇਰੀ ਸੁਰਤ ਨੂੰ ਉਹ ਵੇਚਤੀ ਸੀ। ਅੱਛਾ। ਤੇ ਬਾਕੀ ਆਪਣੇ ਜੀਪਾਂ ਚੱਲਦੀਆਂ ਜ਼ਿਆਦੇ ਆ ਜੀ, ਟ੍ਰੈਂਡ ਜ਼ਿਆਦੇ ਆ ਜੀਪ ਦਾ। ਉਹਦਾ ਕਰਕੇ ਮੇਰੇ ਕੋਲੇ ਕਿਸੇ ਬੰਦੇ ਨੇ ਆ ਕੇ ਆਖਿਆ ਸੀ, ਉਹ ਬਜ਼ੁਰਗ ਆ, ਉਹਨਾਂ ਦਾ ਹੈਂਡੀਕੈਪ ਆ ਜੀ, ਉਹ ਲੱਕ ਤੋਂ ਥੱਲੇ ਸਰੀਰ ਕੰਮ ਨਹੀਂ ਕਰਦਾ। ਅੱਛਾ। ਉਹ ਆਏ ਸੀ ਮੇਰੀ ਮੋਟਰਸਾਈਕਲ ਦੀ ਵੀਡੀਓ ਦੇਖ ਕੇ ਜੀ। ਉਹ ਮੈਨੂੰ ਕਹਿੰਦੇ ਸਿਮਰ ਜੇ ਆਪਾਂ ਵਹੀਕਲ ਤਿਆਰ ਕਰਨਾ ਵੀ 4 ਟਾਇਰਾਂ ਵਾਲਾ, ਕੋਈ ਅਸੀਂ ਚਲਾ ਨਹੀਂ ਸਕਦੇ 2 ਟਾਇਰ ਵਾਲਾ। ਤਾਂ ਮੈਨੂੰ ਸ਼ੌਂਕ ਸੀਗਾ ਜੀ ਜੀਪ ਚਲਾਉਣ ਦਾ। ਅੱਛਾ।
ਮੈਂ ਉਹਨਾਂ ਨੇ ਕਿਹਾ ਚਾਰਟਰ ਵਾਲਾ ਕਰ ਤਾਂ ਲੈਣੇ ਆ, ਫਿਰ ਆਪਾਂ ਜੀਪ ਬਣਾਉਣੇ ਆ। ਅੱਛਾ ਉਹ ਕਹਿੰਦੇ ਕੋਈ ਗੱਲ ਨਹੀਂ ਬੇਟਾ, ਅਸੀਂ ਤੁਹਾਡੀ ਸਪੋਰਟ ਹੀ ਕਰਨੀ ਚਾਹੁੰਦੇ ਆ, ਨਹੀਂ ਗੱਡੀ ਤਾਂ ਆਪਾਂ ਬਣਾਉਣ ਨੂੰ ਕਿਤੋਂ ਵੀ ਬਣਾ ਲੈਂਦੇ, ਪਰ ਤੁਸੀਂ ਦੱਸੋ ਕਿਵੇਂ ਬਣਾਓਗੇ, ਕੀ ਪ੍ਰੋਜੈਕਟ ਆ। ਮੈਂ ਮੇਰੇ ਕੋਲੇ ਸਭ ਤੋਂ ਵੱਡੀ ਕਮੀ ਪੈਸੇ ਦੀ ਆ, ਬਣਾਉਣ ਨੂੰ ਬਹੁਤ ਕੁਝ ਜੀ ਕਰਦਾ, ਇਲੈਕਟ੍ਰਿਕ ਜੀਪ ਬਣਾ ਦੂੰਗਾ, ਮੇਰੀ ਗਰੰਟੀ ਫੁੱਲ ਆ। ਉਹਨਾਂ ਨੇ ਮੇਰੀ ਗੱਲਬਾਤ ਸੁਣ ਕੇ ਗੱਲ ਤੋਂ ਭਾਵਿਕ ਹੋ ਗਏ, ਉਹ ਕਹਿੰਦੇ ਕੋਈ ਗੱਲ ਨਹੀਂ ਸਿਮਰ ਤੂੰ ਤਿਆਰ ਕਰ। ਅਸੀਂ ਸੋਚੀ ਸੀਗੀ ਛੋਟੇ ਸਾਈਜ਼ ਦੀ ਜੀਪ, ਅੱਛਾ ਜਦੋਂ ਅਸੀਂ ਸ਼ੁਰੂ 'ਚ ਬਣਾਉਣ ਲੱਗੇ ਸੀ ਤੇ ਮੇਰੇ ਦਿਮਾਗ 'ਚ ਪਲਾਨ ਸੀਗਾ ਵੱਡੀ ਜੀਪ ਦਾ, ਪਰ ਮੈਂ ਉਹਨਾਂ ਤੋਂ ਝੇਫ 'ਚ ਉਦੋਂ ਛੋਟੀ ਦਾ ਕਹਿਤਾ ਜੀ। ਤੇ ਨਾਲ ਗੱਲ ਚੱਲਦੀ ਰਹੀ, ਉਹਨਾਂ ਨਾਲ ਗੱਲਬਾਤ ਕਰਦਿਆਂ ਤੋਂ ਮੈਂ ਬਾਈ ਜੀ ਨੇ ਉਹਨਾਂ ਨਾਲ ਗੱਲ ਕੀਤੀ, ਮੈਂ ਅੰਕਲ ਜੀ ਮੇਰਾ ਸ਼ੌਂਕ ਆ ਆਪਾਂ ਜੇ ਵੱਡਾ ਕਰ ਲਗੇ। ਉਹ ਕਹਿੰਦਾ ਸਿਮਰ ਅਸੀਂ ਤੇਰੀ ਸੋਚ ਵਾਸਤੇ ਹੀ ਕਰਦੇ ਆ ਬਈ, ਨਹੀਂ ਤਾਂ ਬਾਪੂ ਜੀ ਬੈਠੇ 31 ਸਾਲ ਤੋਂ ਤੇ ਉਮਰ ਤਾਂ ਚੱਲੀ ਜਾਣੀ ਆ, ਵੀ ਸਾਡਾ ਤਾਂ ਚੱਲੀ ਵੀ ਜਾਂਦਾ ਕੰਮ, ਤੁਸੀਂ ਤਿਆਰ ਕਰੋ ਜਿਵੇਂ ਤੈਨੂੰ ਲੱਗਦਾ ਤੂੰ ਕਰ ਲਾ, ਅਸੀਂ ਤੇਰੇ ਨਾਲ ਆ। ਜਦੋਂ ਮੈਨੂੰ ਮੌਕਾ ਮਿਲ ਗਿਆ ਜੀ, ਮੈਂ ਕਦੇ ਵੀ ਕੋਈ ਵੀ ਮੌਕਾ ਜ਼ਿੰਦਗੀ ਦਾ ਵੀ ਮੈਂ ਵੇਸਟ ਨਹੀਂ ਕਰਿਆ ਜੀ ਅੱਜ ਤੱਕ, ਕਿਉਂਕਿ ਉਮਰ ਬਹੁਤ ਘੱਟ ਆ ਜੀ, ਮੌਕੇ ਬਹੁਤ ਘੱਟ ਮਿਲਦੇ ਆ। ਨਹੀਂ ਪਤਾ ਮੇਰੀ 22 ਸਾਲ ਦੀ ਉਮਰ ਹੈ ਜੀ। 22 ਸਾਲ ਦੀ ਉਮਰ, ਹਾਂਜੀ 22 ਸਾਲ ਦੀ ਉਮਰ ਹੈ ਜੀ। ਤੇ ਉਹਦੇ 'ਚ ਲੱਗਦਾ ਸੀਗਾ ਕਿ ਮੇਰੇ ਕੋਲ ਪੜ੍ਹਾਈ ਘੱਟ ਆ, ਮੈਂ ਉਹਨਾਂ ਨੂੰ ਦੱਸਿਆ, ਉਹ ਕਹਿੰਦੇ ਪੜ੍ਹਾਈ ਤਾਂ ਕੋਈ ਮਾਇਨੇ ਨਹੀਂ ਰੱਖਦੀ। ਪੜ੍ਹਾਈ ਵੀ ਦੱਸ ਦਿਓ ਕਿੰਨੇ ਪੜ੍ਹੇ? 10th ਪਾਸ ਆ ਜੀ ਮੈਂ ਸਿਰਫ। ਇਹ 10ਵੀਂ ਕੀਤੀ ਹੋਈ ਹੈ ਤੁਸੀਂ? ਹਾਂਜੀ 10ਵੀਂ ਪਾਸ ਕੀਤੀ ਹੈ ਜੀ। ਨਾਨ ਮੈਡੀਕਲ ਕੁਛ ਵੀ ਨਹੀਂ ਜੀ, ਕੋਈ ਪੜ੍ਹਾਈ ਨਹੀਂ ਕੀਤੀ? ਨਾ ਜੀ ਕੋਈ ਪੜ੍ਹਾਈ ਨਹੀਂ ਕੀਤੀ, ਕੋਈ ਕਿਤੋਂ ਟ੍ਰੇਨਿੰਗ ਨਹੀਂ ਲਈ, ਬਕਾਇਦਾ ਜੀ ਮੈਂ ਕਿਤੋਂ ਸਿੱਖਿਆ ਵੀ ਨਹੀਂ ਜਾ ਕੇ। ਇਹਦੀ ਮੋਟਰ ਦੀਆਂ ਮੈਂ ਪਹਿਲੀ ਵਾਰ ਤਾਰਾਂ ਲਾਈਆਂ ਸੀ, ਉਹ ਵੀ ਆਪ ਹੀ ਲਾਈਆਂ ਸੀਗੀਆਂ ਜੀ, ਕਿਸੇ ਨੇ ਦੱਸੀਆਂ ਨਹੀਂ ਸੀ, ਪਰ ਬਹੁਤ ਔਖੀਆਂ ਲਾਈਆਂ ਸੀ। ਉਹਦਾ ਹਿਸਟਰੀ ਹੈ ਜੀ, ਬਹੁਤ ਜ਼ਿਆਦਾ ਸਟਰਗਲ ਆ ਜੀ ਉਹਦੇ, ਜੇ ਮੈਂ ਪਿੱਛੇ ਵੇਖਾਂ ਤਾਂ ਜੀ ਆਪਦਾ, ਤੇ ਜੀਪ 'ਚ ਵੀ ਬਹੁਤ ਕੀਤਾ, ਪਰ ਉਹਨਾਂ ਨੇ ਮੈਨੂੰ ਮੌਕਾ ਦਿੱਤਾ, ਵਿਸ਼ਵਾਸ ਕੀਤਾ ਜੀ ਮੇਰੇ ਤੇ ਅੱਖਾਂ ਮੀਚ ਕੇ, ਉਹਨਾਂ ਨੇ ਪੈਸੇ ਦਾ ਰਿਸਕ ਲਿਆ ਤਾਂ ਨਾਲ ਮੈਂ ਜੀਪ ਉਹਨਾਂ ਵਾਸਤੇ ਤਿਆਰ ਕਰਤੀ ਜੀ। ਸਿਮਰ ਫਿਰ ਇਹ ਚੀਜ਼ਾਂ ਸਿੱਖੇ ਕਿੱਥੇ? ਕਿਸੇ ਇੰਟਰਨੈਟ ਤੋਂ, YouTube ਤੋਂ, ਕਿੱਥੋਂ ਸਿੱਖਿਆ ਲਿੱਤੀ, ਜਾਂ ਫਿਰ ਕਿਵੇਂ ਇਹ ਚੀਜ਼ਾਂ ਬਾਰੇ ਨੌਲੇਜ ਕਿਵੇਂ ਤੁਹਾਨੂੰ ਆਈ? ਮੈਂ ਜੀ ਜਦੋਂ ਵੀ ਮੇਰੇ ਕੋਲੇ ਫ੍ਰੀ ਟਾਈਮ ਮਿਲਦਾ, ਮੈਂ ਕਦੇ ਫਿਲਮ ਜਾਂ ਮਿਊਜ਼ਿਕ ਇੰਡਸਟਰੀ ਵੱਲ ਧਿਆਨ ਨਹੀਂ ਦਿੱਤਾ ਕਿ ਕੌਣ ਕਿੱਧਰ ਨੂੰ ਜਾ ਰਿਹਾ ਜਾਂ ਕਿਵੇਂ ਚੱਲਦਾ। ਮੈਂ ਟਰਾਈ ਕਰਦਾ ਹੁੰਦਾ ਕਿ ਆਪਾਂ ਨੂੰ ਇੰਟਰਨੈਟ ਤੋਂ ਜਾਣਕਾਰੀ ਵਾਸਤੇ ਕੀ ਮਿਲਦਾ ਤੇ ਆਉਣ ਵਾਲੇ ਫਿਊਚਰ ਕੀ ਚੀਜ਼ ਆ। ਹੁਣ ਮੈਨੂੰ ਪਤਾ ਜੀ ਇਲੈਕਟ੍ਰਿਕ 2030 ਤੋਂ ਬਾਅਦ ਫਿਊਚਰ ਆ, ਤੇ ਮੈਂ ਅੱਜ ਨਵਾਂ ਤਿਆਰ ਕਰ ਰਿਹਾ ਜੀ। ਇਹਦੇ ਕਰਕੇ ਮੈਂ ਆਉਣ ਵਾਲਾ ਫਿਊਚਰ ਦੇਖਦਾ, ਬਾਹਰਲੀ ਕੰਟਰੀ ਕਿੱਧਰ ਨੂੰ ਜਾ ਰਹੀ ਆ, ਹੁਣ ਫਿਊਚਰ ਆਪਾਂ ਅੱਗੇ ਕੀ ਕਰ ਸਕਦੇ, ਕੀ ਚੀਜ਼ ਕਾਮਯਾਬ ਆ, ਤੇ ਮੈਂ ਉਹ ਤੇ ਪ੍ਰੋਸੈਸ ਕੀਤਾ ਜੀ। ਕਈ ਬੰਦਿਆਂ ਨੇ ਗੱਡੀਆਂ ਤਿਆਰ ਵੀ ਕਰੀਆਂ ਜੀ, ਇਲੈਕਟ੍ਰਿਕ 'ਚ ਲੋ ਪਾਵਰ 'ਚ ਮੋਟਰਸਾਈਕਲ ਬਣਾਏ ਆ, ਪਰ ਮੈਨੂੰ ਇਹ ਲੱਗਦਾ ਸੀ ਕਿ ਲੋ ਪਾਵਰ 'ਚ ਬਣੀ ਤਾਂ ਜਾਂਦੇ ਆ। ਇੱਕ ਵਾਰ ਆਪਾਂ ਗੱਡੀ ਇੱਥੇ ਸਾਈਡ ਤੇ ਲਾ ਲਈਏ ਤੇ ਇਹਨੂੰ ਖੜ ਕੇ ਅਸੀਂ ਜ਼ਰੂਰ ਦੇਖਣਾ ਚਾਹਾਂਗੇ, ਔਰ ਇਹਦੀ ਕੱਲੀ ਚੀਜ਼ ਜਿਹੜੀ ਹੈ ਤੁਸੀਂ ਸਾਨੂੰ ਜ਼ਰੂਰ ਦਿਖਾਓ ਕਿਵੇਂ ਇਹ ਤਿਆਰ ਹੋਈ ਹੈ, ਕੀ ਇਹਦੇ ਵਿੱਚ ਚੀਜ਼ਾਂ ਨੇ। ਤਾਂ ਆਹ ਬਾਈ ਉਹਨਾਂ ਨੇ ਜੀਪ ਜਿਵੇਂ ਦੇਖੋ ਤੁਸੀਂ ਤਿਆਰ ਕੀਤੀ ਹੈ, ਇਲੈਕਟ੍ਰਿਕ ਜੀਪ ਹੈ, ਔਰ ਪੰਜਾਬ 'ਚ ਕਹਿੰਦੇ ਕਿ ਅਜਿਹੀ ਕੋਈ ਜੀਪ ਤਿਆਰ ਨਹੀਂ ਹੋਈ। ਤਾਂ ਇਹ ਜੀਪ ਮੂਰੇ ਲਿਖਿਆ ਵੀ ਹੋਇਆ ਇਲੈਕਟ੍ਰਿਕ ਜੀਪ ਹੈ। ਤਾਂ ਜੀਪਾਂ ਬਹੁਤ ਵੇਖੀਆਂ ਹੋਣਗੀਆਂ, ਔਰ ਬਾਈ ਜਿਵੇਂ ਦੱਸ ਰਹੇ ਨੇ ਖਾਸੀਅਤ ਕੀ ਹੈ, ਦੇਖੋ 10ਵੀਂ ਪਾਸ ਨੇ, ਨਾ ਕੋਈ ਨਾਨ ਮੈਡੀਕਲ ਜਾਂ ਕੋਈ ਇਹੋ ਜਿਹੀ ਵੱਡੀ ਸਿੱਖਿਆ ਹਾਸਲ ਨਹੀਂ ਕੀਤੀ ਹੋਈ, ਸੋਸ਼ਲ ਮੀਡੀਆ ਦਾ, ਇੰਟਰਨੈਟ ਦਾ ਸਹੀ ਪ੍ਰਯੋਗ ਕੀਤਾ ਬਸ ਇਹ ਬਾਈ ਨੇ, ਨਾ ਕਿ ਗਾਣਿਆਂ ਦੇ ਉੱਤੇ, ਫਿਲਮਾਂ ਦੇ ਉੱਤੇ ਟਾਈਮ ਵੇਸਟ ਕੀਤਾ। ਬਾਈ ਹੁਣ ਸ਼ੁਰੂ ਤੋਂ ਹੋ ਜਾਓ, ਕੱਲੀ ਚੀਜ਼ ਦਿਖਾ ਦਿਓ, ਮੂਰਲਾ ਇਹਦਾ ਇੰਜਨ ਦਿਖਾ ਦਿਓ ਕਿੱਥੇ ਹੈ, ਤੇਲ ਵਾਲੀ ਟੈਂਕੀ ਥਾਂ ਦੇ ਉੱਤੇ ਕੀ ਤੁਸੀਂ ਆਪਣਾ ਸਮਾਨ ਲਾਇਆ ਹੋਇਆ, ਕਰਕੇ ਸਾਨੂੰ ਸਾਰਾ ਇੱਕ ਵਾਰ ਦਿਖਾਓ ਡਿਟੇਲ ਦੇ ਵਿੱਚ, ਤਿਆਰ ਜੀਪ ਕਿਵੇਂ ਕੀਤੀ ਹੈ। ਇਹਦਾ ਮੇਨ ਆ ਜਾਂਦਾ ਸਿਸਟਮ ਆ, ਬੈਟਰੀ ਸਿਸਟਮ ਆ ਜਾਂਦਾ ਇਹਦਾ। ਅੱਗੇ ਲੀਥੀਅਮ ਬੈਟਰੀ ਹੈ, ਜ਼ਿਆਦਾਤਰ ਜਿਹੜੇ ਬੰਦਿਆਂ ਨੇ ਬਣਾਈਆਂ ਵੀ ਆ ਜੀਪਾਂ ਛੋਟੀਆਂ ਮਿੰਨੀ ਸਾਈਜ਼ 'ਚ ਜਾਂ ਗੱਡੀਆਂ ਤਿਆਰ ਕਰੀਆਂ, ਉਹ ਲੈਡ ਐਸਿਡ ਬੈਟਰੀ ਤੇ ਕਰੀ ਆ ਜੀ। ਮੇਰੀ ਇਹ ਲੀਥੀਅਮ ਬੈਟਰੀ ਆ ਜਾਂਦੀ ਹੈ ਜਾਂ ਬੈਟਰੀ ਬਾਕਸ ਆ ਗਿਆ। ਅੱਛਾ ਇਹ ਬੈਟਰੀ ਬਾਕਸ ਆ, ਠੀਕ। ਹਾਂਜੀ ਚੈਸੀ ਜਾਂ ਫੁੱਲ ਸੇਫ ਆ, ਬੈਟਰੀ ਨੂੰ ਕੋਈ ਦਿੱਕਤ ਨਹੀਂ ਆਉਂਦੀ, ਜਿਵੇਂ ਦੀ 10 ਤੋਂ 15 ਸਾਲ ਲਾਈਫ ਆ ਜੀ ਬੈਟਰੀ ਦੀ। ਠੀਕ ਹੈ, ਐਂ ਨਹੀਂ ਕਿ ਬੈਟਰੀ ਟੁੱਟ ਜੂ ਜਾਂ ਖਰਾਬ ਹੋ ਜੂ, ਮਾੜਾ ਮੋਟਾ ਐਕਸੀਡੈਂਟ ਨੂੰ ਕੁਝ ਨਹੀਂ ਕਰਦਾ। ਇਹ ਮੇਰੀ ਹਜੇ ਵਿੱਚੋਂ ਤਿਆਰ ਕਰ ਲੈਂਦੀ ਹੈ, ਤੇ ਫੋਮ ਵਗੈਰਾ ਲਾਉਣੀ ਆ ਜੀ ਅਸੀਂ, ਜਿਹੜੀ ਇਹਨੂੰ ਕਵਰ ਕਰਦੇ ਸਮਾਨ ਰੱਖਣ ਦੇ ਕੰਮ ਆ ਜਾ। ਵਾਇਰਿੰਗ ਆ ਜੀ ਬੈਟਰੀ ਦੇ ਇੱਥੋਂ ਮਗਰ ਵਾਇਰਿੰਗ ਲੰਘ ਜਾਣੀ, ਇਹ 'ਚ ਫੋਮ ਲੱਗ ਜਾਣੀ ਆ। ਕੱਲ ਨੂੰ ਇਹ 'ਚ ਸਮਾਨ ਰੱਖਣਾ, ਕੁਝ ਵੀ ਕੈਰੀ ਕਰਨਾ, ਜਿੰਨਾ ਮਰਜ਼ੀ ਸਮਾਨ ਰੱਖ ਲਓ। ਆਹ ਸਾਡਾ ਬੈਟਰੀ ਬਾਕਸ ਆ ਗਿਆ, ਬੈਟਰੀ ਸਿਸਟਮ ਆ ਗਿਆ। ਤੇ ਇਹਦਾ ਜਿਹੜਾ ਕੰਟਰੋਲ ਸਿਸਟਮ ਆ ਸਾਰਾ, ਇਹਦੇ 'ਚ ਫੁੱਲ ਧਿਆਨ ਰੱਖਿਆ ਗਿਆ ਕਿ ਜੇ ਕੱਲ ਨੂੰ ਗੱਡੀ ਬਾਈ ਚਾਂਸ ਕਿਤੇ ਲੱਗਦੀ ਵੀ ਆ ਤਾਂ ਬੈਟਰੀ ਨੂੰ ਚੋਟ ਨਾ ਆਵੇ, ਕਿਉਂਕਿ ਇਹਦੀ ਸਭ ਤੋਂ ਕੀਮਤੀ ਚੀਜ਼ ਆਪਣੀ ਬੈਟਰੀ ਆ ਜੀ। ਬੈਟਰੀ ਹੈ ਬਿਲਕੁਲ। ਹਾਂਜੀ ਇਹਦਾ ਸਾਰੇ ਕੰਟਰੋਲ ਵਗੈਰਾ ਹੁਣ ਤੁਸੀਂ ਦੇਖ ਹੀ ਰਹੇ ਆ, ਜਿਹਦੇ 'ਚ ਕਿਤੇ ਵਾਇਰਿੰਗ ਪੂਰੀ ਧਿਆਨ ਨਾਲ ਕੀਤੀ ਆ, ਕਿਤੇ ਕੋਈ ਦਿੱਕਤ ਨਹੀਂ। ਆਹ ਮੇਰਾ ਇਹਦੇ 'ਚ ਫਿਊਜ਼ ਸਿਸਟਮ ਲੱਗਿਆ ਹੋਇਆ ਜੀ। ਅੱਛਾ, ਕੱਲ ਨੂੰ ਬਾਈ ਚਾਂਸ ਜਿੱਦਾਂ ਆਪਾਂ ਨੂੰ ਅੱਗ ਲੱਗਣ ਦਾ ਡਰ ਆਉਂਦਾ ਜੀ, ਸ਼ਾਰਟ ਸਰਕਟ ਦਾ ਦਿੱਕਤ ਆਉਂਦੀ ਆ, ਤਾਂ ਉਹਦੇ 'ਚ ਗੱਡੀ ਨੂੰ ਕੋਈ ਸ਼ਾਰਟ ਸਰਕਟ ਵਗੈਰਾ ਅੱਗ ਲੱਗਣ ਦਾ ਡਰ ਨਹੀਂ। ਜੇ ਕਿਤੋਂ ਵੀ ਤਾਰ ਜੁੜਦੀ ਆ ਜਾਂ ਕੋਈ ਦਿੱਕਤ ਆਉਂਦੀ ਆ, ਇਹ ਫਿਊਜ਼ ਨਹੀਂ ਉੱਡ ਜਾਣਾ। ਅੱਛਾ, ਜਿਵੇਂ ਆਪਣੇ ਫਿਊਜ਼ ਲਾਤੇ, ਕੋਈ ਵੀ ਕਿਸੇ ਵੀ ਪ੍ਰੋਬਲਮ ਆਉਂਦੀ ਹੈ, ਇੰਡੀਕੇਟਰ ਵਾਲਾ ਕੁਝ ਚੱਕਰ ਪੈਂਦਾ ਹੈ, ਹਾਂਜੀ ਕੋਈ ਵੀ ਕਨੈਕਸ਼ਨ ਹੈ, ਤੁਸੀਂ ਸਾਰਾ ਤੁਸੀਂ ਹਾਂ ਫਿਊਜ਼ ਤੋਂ ਸੈੱਟ ਹੋ ਜਾਣਾ। ਜਿੱਥੇ ਕੋਈ ਵੀ ਫੋਰਮੈਨ ਆ, ਮੈਂ ਆਪ ਨਹੀਂ ਵੀ ਆ, ਮੇਰੇ ਤੋਂ ਹੁਣ ਗੱਡੀ ਦੂਰ ਜਾਣੀ ਹੈ, ਸੰਗਰੂਰ ਏਰੀਆ ਦੀ ਗੱਡੀ ਆ, ਉੱਥੇ ਜਾਵੜੀ ਜੇ ਉੱਥੇ ਕੋਈ ਦਿੱਕਤ ਆਉਂਦੀ ਆ ਤਾਂ ਫਿਊਜ਼ ਵੇਖ ਕੇ ਚੈੱਕ ਕਰ ਸਕਦੇ ਆ ਆਪ ਹੀ, ਕਿ ਇਹਦੇ ਇੰਡੀਕੇਟਰ ਨਹੀਂ ਜਗਦੇ ਜਾਂ ਲਾਈਟਾਂ ਨਹੀਂ ਜਗਦੀਆਂ ਜਾਂ ਸਟਾਰਟ ਨਹੀਂ ਹੋ ਰਹੀ, ਇਹਦਾ ਫਿਊਜ਼ ਸਿਸਟਮ ਆ ਜੀ। ਜਿਹੜਾ ਉਸ ਤੋਂ ਬਾਅਦ ਆ ਜਾਂਦਾ ਜਿਹਦਾ ਅੱਗੇ ਸਸਪੈਂਸ਼ਨ ਆ, ਸਾਰਾ ਅਸੀਂ ਆਪ ਡਿਜ਼ਾਈਨ ਕੀਤਾ, ਚੈਸੀ ਥੱਲੇ ਅਸੀਂ ਆਪ ਡਿਜ਼ਾਈਨ ਕੀਤੀ ਹੈ ਜਿਹਦੀ। ਅੱਛਾ, ਚਾਸੀ ਸਸਪੈਂਸ਼ਨ ਵੀ ਤੁਸੀਂ ਆਪ ਸਾਰਾ ਆਪ ਤਿਆਰ ਕੀਤਾ ਜੀ। ਹੁਣ ਤੁਸੀਂ ਆਪ ਬਹਿ ਕੇ ਆਏ ਆ ਜੀ ਵਿੱਚ, ਇੱਕ ਲਗਜ਼ਰੀ ਗੱਡੀ ਦਾ ਸਸਪੈਂਸ਼ਨ ਹੈ ਜੀ, ਐ ਨਹੀਂ ਜਿਵੇਂ ਜੀਪਾਂ ਇੱਕ ਆ ਜਾਂਦੀ ਹਲਕੀ ਜੀਪ ਹੋ ਗਈ ਬਈ ਚੱਕ ਮਾਰੂਗੀ,
ਤੁਸੀਂ ਬੈਠੇ ਜੀ ਚੱਲ ਰਿਹਾ ਸੀ ਆਪਾਂ ਹਾਂਜੀ ਨਾਰਮਲੀ ਹੈ ਜੀ ਬਿਲਕੁਲ ਕੋਈ ਇਹਦੇ ਚ ਜੱਜਮੈਂਟ ਨਹੀਂ ਡਿਸਕ ਬ੍ਰੇਕ ਹੈ ਜੀ ਇਹਦੇ ਅੱਛਾ ਆ ਚੱਲਦੇ ਹਾਂ ਤਾਂ ਬ੍ਰੇਕ ਵੀ ਇਹਦੇ ਦਿਖਾ ਦੂੰਗਾ ਜੀ ਮੈਂ ਗੱਡੀ ਤੇ ਲਾ ਕੇ ਡਿਸਕ ਬ੍ਰੇਕ ਹੈ ਜੀ ਜਿਵੇਂ ਆਪਾਂ ਕੰਪਨੀ ਟਾਈਪ ਗੱਡੀ ਤਿਆਰ ਕੀਤੀ ਆ ਚਾਰੇ ਟਾਇਰ ਇਕੱਠੇ ਜਾਮ ਹੋ ਜਾਣੇ ਇਹਦੇ ਅੱਛਾ ਫਰੰਟ ਡਿਸਕ ਆ ਮਗਰਲੇ ਡਰਮ ਬ੍ਰੇਕ ਹੈ ਜੀ ਆ ਇਹਦਾ ਇਲੈਕਟ੍ਰਿਕ ਸਿਸਟਮ ਮੋਟਰ ਲੱਗੀ ਹੋਈ ਇਹਦੇ ਚ ਨੀਚੇ ਤੇ ਆ ਇਹਦੇ ਸੀਟ ਬੈਲਟ ਸਿਸਟਮ ਦਿੱਤਾ ਜੀ ਆ ਜੋ ਇਧਰ ਨੂੰ ਦਿਖਾ ਦਿਓ ਇੱਕ ਵਾਰੀ ਆ ਕੇ ਤਾਂ ਆ ਤੁਸੀਂ ਵੇਖ ਸਕਦੇ ਹੋ ਇਧਰਲੇ ਪਾਸੋਂ ਵੀ ਜੀਪ ਕਿਵੇਂ ਦੀ ਲੱਗਦੀ ਹੈ ਅੰਦਰਲੇ ਪਾਸੋਂ ਵੀ ਦਿਖਾਵਾਂਗੇ ਤੁਹਾਨੂੰ ਕਿਸ ਤਰੀਕੇ ਦਾ ਇਹਦੀ ਪੂਰੀ ਦਿੱਖ ਹੈਗੀ ਹੈ ਤਾਂ ਸਾਈਡ ਤੋਂ ਇਹ ਸਾਰੀ ਤਿਆਰ ਕੀਤੀ ਹੈ ਤਾਂ ਅਗਲਾ ਇਹ ਜਿਵੇਂ ਅਸੀਂ ਵੇਖਿਆ ਬਹੁਤ ਸਾਰੇ ਲੋਕ ਜਿਵੇਂ ਮੈਂ ਜ਼ਿਕਰ ਪਹਿਲਾਂ ਸ਼ੁਰੂਆਤ 'ਚ ਵੀ ਕਰ ਰਿਹਾ ਸੀ ਡੱਬ ਵਾਲੀ ਜਾ ਕੇ ਜੀਪਾਂ ਤਿਆਰ ਕਰਵਾਉਂਦੇ ਨੇ ਜੀਪਾਂ ਲੈ ਕੇ ਵੀ ਆਉਂਦੇ ਨੇ ਹਾਂਜੀ ਤਾਂ ਇਹ ਸਾਰਾ ਜਿਹੜਾ ਤੁਸੀਂ ਇਹ ਬੋਡੀ ਹੈ ਇਹ ਆਪ ਤਿਆਰ ਕੀਤੀ ਹੈ ਜਾਂ ਕਿੱਥੋਂ ਤੁਸੀਂ ਲੈ ਕੇ ਆਏ ਹੋ ਅਸੀਂ ਇਹਦੀ 90% ਬਾਡੀ ਆਪ ਤਿਆਰ ਕੀਤੀ ਹੈ ਜੀ ਜਿਹੜਾ 10% ਪਾਰਟ ਰਹਿ ਗਏ ਤੇ ਕੁਝ ਕੁ ਅਸੀਂ ਲਿਆ ਜਿਵੇਂ ਸ਼ੀਸ਼ਾ ਹੋ ਗਿਆ ਜੀ ਠੀਕ ਹੈ ਆ ਫਰੇਮ ਹੋ ਗਿਆ ਆ ਬੋਰਨਟ ਵਗੈਰਾ ਜਾਂ ਮਰਗਾਟ ਆ ਫਰੰਟ ਜਾਲੀ ਆ ਇਹ ਚੀਜ਼ਾਂ ਅਸੀਂ ਬਣਾਈਆਂ ਲਈਆਂ ਕਿਉਂਕਿ ਇਹ ਬਣਾਉਣ ਵਾਸਤੇ ਪ੍ਰੈਸ ਵਗੈਰਾ ਦੀ ਲੋੜ ਪੈਂਦੀ ਆ ਉਹ ਮੇਰੇ ਕੋਲੇ ਜੇ ਸਾਧਨ ਹੈ ਨਹੀਂਗੇ ਜੀ ਇਹ ਤਾਂ ਇੱਕ ਸਿਰਫ ਘਰ 'ਚ ਤਿਆਰ ਕੀਤੀ ਹੋਈ ਜੀਪ ਆ ਜੀ ਮੈਂ ਆਪਣੇ ਤੇ ਆ ਜਿਹੜੇ ਸਾਈਡ ਵਾਲੇ ਪੀਸ ਆ ਇਹ ਅਸੀਂ ਆਪ ਤਿਆਰ ਕੀਤੇ ਆ ਕੱਟ ਵੱਢ ਕਰੀ ਇਹਦੀ ਆ ਜਿਹੜਾ ਹੁਣ ਕਈ ਬੰਦੇ ਕਹਿ ਦਿੰਦੇ ਆ ਜੀ ਜਾਂ ਤਾਂ ਬਣੀ ਬਣਾਈ ਜੀਪ ਚ ਆਉਂਦਾ ਹੀ ਨਹੀਂ ਇਹ ਅਸੀਂ ਇੱਥੇ ਚਾਰਜਿੰਗ ਪੋਰਟ ਦੇਣਾ ਉਹਦੇ ਵਾਸਤੇ ਅਸੀਂ ਸ਼ੇਮ ਲੁੱਕ ਦਿੱਤੀ ਹੈ ਕਿ ਕਿਸੇ ਨੂੰ ਜੱਜਮੈਂਟ ਨਾ ਆਵੇ ਖੜੀ ਜੀਪ 'ਚ ਕਿ ਆ ਵੀ ਦੇਖ ਰਿਹਾ ਸੀ ਪਿੱਛੇ ਫਿਊਲ ਬਾਕਸ ਵੀ ਜਿਹੜਾ ਪਿਆ ਹੋਇਆ ਹਾਂਜੀ ਹਨਾ ਕਿਉਂਕਿ ਹੈਗੀ ਇਲੈਕਟ੍ਰੀਕਲ ਹੈ ਤਾਂ ਫਿਰ ਫਿਊਲ ਬਾਕਸ ਦਾ ਕੀ ਕੰਮ ਹੋਊਗਾ ਇਹਦੇ ਚ ਕੀ ਕਰਾਂਗੇ ਇਹਦੇ 'ਚ ਜੀ ਫਿਊਲ ਬਾਕਸ ਦਿੱਤਾ ਜਿਹੜਾ ਇਹ ਕੇਰਾਂ ਦਾ ਹੁਣ ਮੈਂ ਲੋਕ ਵਾਸਤੇ ਰੱਖੀ ਬੈਠਾ ਤੇ ਪਰ ਇਹਦੇ 'ਚ ਮੈਂ 2-4 ਦਿਨਾਂ 'ਚ ਇਹਦੀ ਸੈਟਿੰਗ ਇਹ ਕਰਨੀ ਹੈ ਇਹਨੂੰ ਅੰਦਰ ਬਾਹਰੋਂ ਕੱਟ ਕੇ ਜੀ ਇਹਦੇ ਵਿੱਚ ਬੈਟਰੀ ਸਿਸਟਮ ਬਣਾ ਦੇਣਾ ਜਿੱਦਾਂ ਕਿ ਆਪਾਂ ਮੋਬਾਈਲ ਨਾਲ ਪਾਵਰ ਬੈਂਕ ਲੈਨੇ ਆ ਠੀਕ ਹੈ ਕਿ ਜੇ ਕਿਤੇ ਰਾਸਤੇ 'ਚ ਜਾਂ ਮੋਬਾਈਲ ਡਾਊਨ ਹੁੰਦਾ ਉਹਨੂੰ ਚਾਰਜ ਹੁੰਦਾ ਇਹ ਸੇਮ ਪਾਵਰ ਬੈਂਕ ਹੋਊਗਾ ਜੇਕਰ ਗੱਡੀ ਰਾਸਤੇ 'ਚ ਬੈਟਰੀ ਡਾਊਨ ਕਰਕੇ ਬੰਦ ਹੋ ਗਈ ਜਦੋਂ ਬੈਟਰੀ ਬੰਦ ਹੋ ਗਈ ਤਾਂ ਉਸ ਤੋਂ ਬਾਅਦ ਇਹ ਪਾਵਰ ਪਲੱਗ ਦੀ ਤਾਰ ਲਾਓ ਇੱਥੋਂ ਇੰਨੀ ਤਾਰ ਹੀ ਆਊਗੀ ਜਿਹਦੀ ਅੱਛਾ ਜੀ ਬਸ ਕੱਲਾ ਸੁੱਚ ਕੱਢ ਕੇ ਪਲੱਗ ਹੀ ਲਾਉਣਾ ਇਹਦੇ 'ਚ ਇਹ ਤਾਂ ਤੁਸੀਂ ਇੱਥੇ ਜਗ੍ਹਾ ਛੱਡਤੀ ਹਾਂਜੀ ਤਾਂ ਜਗ੍ਹਾ ਛੱਡਤੀ ਸੀ ਪੈਟਰੋਲ ਵਾਲੀ ਥਾਂ ਦੇ ਉੱਤੇ ਚਾਰਜਿੰਗ ਪੁਆਇੰਟ ਲੱਗ ਜੇ ਹਾਂਜੀ ਚਾਰਜਿੰਗ ਪੁਆਇੰਟ ਲੱਗ ਜਾਊਗਾ ਜੀ ਗੋਲ ਹੋਊਗਾ ਨਾਲ ਲੱਗ ਜਾਊਗਾ ਤੇ ਜੇ ਕਿਤੇ ਬੈਟਰੀ ਮੁੱਕ ਗਈ ਉਧਰੋਂ ਬੰਦ ਕਰੋ ਜੀ ਇੱਥੋਂ ਤਾਰ ਕੱਢ ਕੇ ਨਾਲ ਹੀ ਲਾ ਦਿਓ ਕੈਨ ਵੀ ਨਹੀਂ ਲਾਉਣਾ ਪੈਂਦਾ ਠੀਕ ਹੈ ਇਹ ਨਾਲ ਹੀ ਲੱਗਿਆ ਰਹੂਗਾ ਕਿਸੇ ਨੂੰ ਜੱਜਮੈਂਟ ਵੀ ਨਹੀਂ ਆਉਣੀ ਕਿ ਬੈਟਰੀ ਆ ਰਾਈਟ ਹਾਂਜੀ ਉਦੋਂ ਉਸ ਤੋਂ ਬਾਅਦ ਇਹ ਸੀਟ ਬੈਲਟ ਦਿੱਤੀ ਆ ਜਿੱਦਾਂ ਕਿ ਇਲੈਕਟ੍ਰੀ ਆ ਇਹਦੇ 'ਚ ਪਤਾ ਨਹੀਂ ਲੱਗਦਾ ਕਿਸੇ ਨੂੰ ਕਿ ਸਟਾਰਟ ਆ ਕੇ ਬੰਦ ਆ ਠੀਕ ਹੈ ਅੱਛਾ ਤੇ ਇਧਰਲੇ ਪਾਸੇ ਜੀ ਹੁਣ ਆਪਾਂ ਵੇਖੀਏ ਇਹ ਸੀਟ ਬੈਲਟ ਵਾਸਤੇ ਆਪਸ਼ਨ ਹਾਂਜੀ ਦਿੱਤੀ ਹੋਈ ਹੈ ਜਿੱਦਾਂ ਇਹ ਸੀਟ ਬੈਲਟ ਆ ਜੀ ਹੁਣ ਇਹ ਹੈਂਡੀਕੈਪ ਬੰਦੇ ਨੇ ਚਲਾਉਣੀ ਹੈ ਜਾਂ ਨਾਰਮਲ ਬੰਦਾ ਵੀ ਚਲਾਉਂਦਾ ਇਹ ਸ਼ਾਂਤ ਆ ਜੀ ਬਿਲਕੁਲ ਪਤਾ ਨਹੀਂ ਲੱਗਦਾ ਜਦੋਂ ਤੁਸੀਂ ਦੇਖੇਗੇ ਇਹਨੂੰ ਰੇਸ ਦਿੱਤੀ ਹੈ ਤੁਰਪੀ ਤੇ ਬ੍ਰੇਕ ਪੈਂਦੇ ਆ ਸੇਫਟੀ ਫੀਚਰ ਵਾਸਤੇ ਚ ਸੀਟ ਬੈਲਟ ਵੀ ਦਿੱਤੀ ਹੋਈ ਆ ਕਿ ਕੱਲ ਨੂੰ ਜੇ ਕਿਤੇ ਯਕਦਮ ਬ੍ਰੇਕ ਪੈਂਦੇ ਇਹਨੂੰ ਹਲਕੀ ਹੋਣ ਕਰਕੇ ਜੀਪ ਦੂਜੀ ਜੀਪ ਦੇ ਮੁਕਾਬਲੇ ਹਲਕੀ ਹੈ ਜੀ ਇਹ 18 ਗੇ ਚਾਦਰ ਨਾਲ ਤਿਆਰ ਕੀਤੀ ਨਾਰਮਲ ਜੀਪ 16 ਗੇ ਚਾਦਰ ਤੇ ਹੁੰਦੀ ਹੈ ਜੀ ਤੇ ਇਹਦੇ ਚ ਸੀਟ ਬੈਲਟ ਲਾਤੀ ਉਹਦਾ ਕਰਕੇ ਕਿ ਝਟਕਾ ਪੈਂਦਾ ਤਾਂ ਬੰਦਾ ਸੇਫ ਰਵੇ ਫੁੱਲ ਸੇਫਟੀ ਦਾ ਧਿਆਨ ਰੱਖ ਕੇ ਹੈਂਡ ਬ੍ਰੇਕ ਆ ਗਏ ਜੀ ਇਹਦੇ ਹਾਈ ਲੋ ਗੇਅਰ ਆ ਗਿਆ ਇਹਦੇ 30 ਕੁਆਂਟਲ ਤੱਕ ਦੀ ਲੋਡ ਕਪੈਸਿਟੀ ਹੈ ਇਹਦੀ 25-30 ਕੁਆਂਟਲ ਆਰਾਮ ਨਾਲ ਲੈ ਜਾਂਦੀ ਆ ਦੋ ਬੰਦੇ ਮੂਰੇ ਬੈਠਣਗੇ ਹਾਂਜੀ ਪਿੱਛੇ 4-5 ਜਾਣੇ ਬਹਿ ਜਾਂਦੇ ਹਾਂ ਜੀਪ ਤਾਂ ਓਪਨ ਆ ਜੀ ਬਾਕੀ ਆਪਣੇ ਜੀਪ ਚ ਨਾਰਮਲੀ ਬੰਦੇ ਬਾਹ ਦਿੰਦਾ ਜੀ ਜੱਟ ਸੌਦਾ ਹੁੰਦਾ ਇਹਦਾ ਜਿੰਨੇ ਮਰਜ਼ੀ ਵਾੜੀ ਵਿੱਚ ਹਾਂ ਸਮਾਨ ਸਮੂਨ ਰੱਖਣ ਨੂੰ ਬਹੁਤ ਵਧੀਆ ਚੀਜ਼ ਬਣਦੀ ਹੈ ਜੀ ਕੈਰੀ ਸਮਾਨ ਜਿੰਨਾ ਮਰਜ਼ੀ ਕਰ ਲਓ ਕਿ ਬੋਰਨਟ 'ਚ ਵੀ ਸਮਾਨ ਟਿਕ ਜਾਂਦਾ ਮਗਰ ਵੀ ਸਮਾਨ ਆ ਗਿਆ ਇਹਦੇ ਤੇ ਦੋਨੇ ਪਾਸੇ ਸੀਟਾਂ ਆ ਗਈਆਂ ਬੈਠਣ ਵਾਸਤੇ ਮੂਰ ਫਰੰਟ ਸੀਟ ਆ ਗਈਆਂ 2 ਬੰਦੇ ਅੱਗੇ ਬਹਿ ਜਾਣਗੇ 4 ਮਗਰ ਬਹਿ ਜਾਣਗੇ 6 ਬੰਦੇ ਆਰਾਮਦਾਰੀ ਨਾਲ ਬਹਿ ਸਕਦੇ ਖੁੱਲੇ ਡੁੱਲੇ ਜਿਵੇਂ ਆਪਾਂ ਅਕਸਰ ਦੇਖਦੇ ਹਾਂ ਕੋਈ ਗੱਡੀ ਲੈਣ ਜਾਂਦੇ ਆ ਅੰਦਰ ਆਪਾਂ ਇੰਟੀਰੀਅਰ ਵੇਖਦੇ ਹੁੰਦੇ ਆ ਹਾਂਜੀ ਤਾਂ ਇੰਟੀਰੀਅਰ ਦੇ ਵਿੱਚ ਤੁਸੀਂ ਕੀ ਕੁਝ ਖਾਸ ਇਹਦੇ ਵਿੱਚ ਲਗਾਇਆ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਇਹ ਕਿਸੇ ਹੈਂਡੀਕੈਪ ਬਜ਼ੁਰਗ ਵਾਸਤੇ ਤਿਆਰ ਕੀਤੀ ਹੈ ਤਾਂ ਫਿਰ ਉਹ ਕਿਵੇਂ ਇੱਥੋਂ ਕਿਵੇਂ ਚਲਾਉਣਗੇ ਇਹ ਕਿਵੇਂ ਸਾਰੀ ਹੱਥ ਦੇ ਵਿੱਚ ਆ ਜਾਊਗਾ ਸਾਰਾ ਕੰਟਰੋਲ ਇਹ ਜੀ ਆ ਸਟੀਅਰਿੰਗ ਹੁੱਲ ਲਾਈਟ ਵਗੈਰਾ ਤਾਂ ਨਾਰਮਲੀ ਜਿੱਦਾਂ ਆਪਣੀ ਗੱਡੀ ਦਾ ਆਉਂਦਾ ਹਾਰਨ ਵਗੈਰਾ ਸਾਰਾ ਕੁਝ ਹੈਗਾ ਆ ਜਿਹੜੇ ਤੁਸੀਂ 2 ਐਕਸਟਰਾ ਪੁਆਇੰਟ ਦੇਖ ਰਹੇ ਜੇ ਕਿਸੇ ਗੱਡੀ 'ਚ ਨਹੀਂ ਆਉਂਦੇ ਜੀ ਇਹ ਅਸੀਂ ਇਸੇ ਕਰਕੇ ਦਿੱਤੇ ਆ ਜੀ ਇਹ 'ਚ 2 ਰਾੜਾਂ ਘਸੀਆਂ ਜਾਂਦੀਆਂ ਉਹ ਇੱਥੇ ਆ ਜਾਂਦੀਆਂ ਜੀ ਹੱਥ ਥੱਲੇ ਠੀਕ ਹੈ ਜਦੋਂ ਹੱਥ ਥੱਲੇ ਆ ਗਿਆ ਹੈਂਡੀਕੈਪ ਜਿਹਦੇ ਬੰਦੇ ਦੀਆਂ ਲੱਤਾਂ ਦੋਨੇ ਲੱਤਾਂ ਨਹੀਂ ਕੰਮ ਕਰਦੀਆਂ ਉਹ ਇਹਨੂੰ ਹੱਥ ਨਾਲ ਕੰਟਰੋਲ ਰੇਸ ਦੇਈ ਜਾਊਗਾ ਰੇਸ ਤੋਂ ਹੱਥ ਚੱਕ ਕੇ ਉਹਦੇ ਤੇ ਰੱਖਿਆ ਬ੍ਰੇਕਾਂ ਤੇ ਰੱਖ ਲਿਆ ਦੋਨੇ ਕੰਮ ਕਰੇ ਇਹ ਲੱਗਣ 'ਚ ਜ਼ਿਆਦਾ ਜ਼ੋਰ ਨਹੀਂ ਲਵਾਉਂਦੇ ਜੀ ਬਿਲਕੁਲ ਰਾਇਲੇ ਆ ਤੇ ਸੌਖੇ ਆ ਜੀ ਠੀਕ ਹੈ ਔਰ ਇਸ ਦੇ ਨਾਲ ਆ ਕਿਸ ਚੀਜ਼ ਦਾ ਲੀਵਰ ਲਾਇਆ ਹੋਇਆ ਤੁਸੀਂ ਇਹ ਹਾਈ ਲੋ ਲੀਵਰ ਹੈ ਜੀ ਜਿੱਦਾਂ ਇਹਨੂੰ ਆਪਾਂ ਲੋਡ ਤੇ ਲਾਉਣਾ ਇੱਥੇ ਹੁਣ ਲੋਚ ਹੋ ਗਈ ਇਹ ਅੱਛਾ ਜੀ ਇਹਨੂੰ ਲੋਡ ਤੇ ਲਾਉਣਾ ਸਲੋ ਸਪੀਡ ਦੇ ਉੱਤੇ ਹਾਂਜੀ ਜਿਵੇਂ ਆਟੋਮੈਟਿਕ ਗੱਡੀਆਂ ਦੇ ਵਿੱਚ ਹੁੰਦਾ ਡਰਾਈਵ ਮੋਡ ਜਾਂ ਫਾਸਟ ਮੋਡ ਹਾਂਜੀ ਉਹ ਆ ਗਿਆ ਪਲੱਸ ਜਿੱਦਾਂ ਆਪਾਂ ਜੀਪਾਂ ਮਗਰ ਜੀਪ ਤੋਂ ਜਿਹੜੇ ਪਿੰਡਾਂ ਵਾਲੇ ਆਪਾਂ ਜ਼ਿਮੀਦਾਰ ਹੁੰਨੇ ਟਰੈਕਟਰ ਦਾ ਕੰਮ ਲੈਨੇ ਆ ਅੱਛਾ ਧੱਕਾ ਕਰਦੇ ਇਹਦੇ ਨਾਲ ਫੁੱਲ ਰੇਹ ਪਾਣੀ ਜਿੰਨਾ ਮਰਜ਼ੀ ਲੈ ਲਓ ਇਹਨੂੰ ਲੋਚ ਕਰਕੇ ਜੀ ਟਰੈਕਟਰ ਨੂੰ ਖਿੱਚ ਕੇ ਸਟਾਰਟ ਕਰ ਦੂਗੀ ਅੱਛਾ ਇੰਨੀ ਪਾਵਰ ਹੈ ਜੀ ਇਹਦੀ ਕੀ ਬਾਤ ਹੈ ਜਿੰਨਾ ਜਿੰਨਾ ਮਰਜ਼ੀ ਲੋਡ ਪਾ ਦਿਓ ਕੋਈ ਦਿੱਕਤ ਨਹੀਂ ਚਾਹੇ ਗੱਡੀ ਟੋ ਕਰਨੀ ਹੈ ਰਾਹ 'ਚ ਗੱਡੀ ਖੜੀ ਹੈ ਜਾਂ ਆਪਾਂ ਖਿੱਚ ਕੇ ਲੈ ਕੇ ਆਉਣੀ ਹੈ ਗੱਡੀ ਤੱਕ ਖਿੱਚ ਲੂਗਾ ਲੋਚ ਹਾਂਜੀ ਟੋ ਕਰ ਲੂਗੀ ਕੀ ਬਾਤ ਹੈ ਤੇ ਆ ਗਿਆ ਜੀ ਇਹਦਾ ਫਰੰਟ ਬੈਕ ਠੀਕ ਹੈ 2 ਹੀ ਗੇਅਰ ਆ ਜੀ ਇਹਦੇ ਫਰੰਟ ਤੇ ਬੈਕ ਵਿਚਾਲੇ ਨਿਊਟਨ ਠੀਕ ਹੈ ਤੇ ਜਦੋਂ ਇਹਦੇ ਹੈਂਡ ਬ੍ਰੇਕ ਲੱਗਿਆ ਜੀ ਇਹਦੀ ਰੇਸ ਕੰਮ ਨਹੀਂ ਕਰਦੀ ਜਿੱਦਾਂ ਹੁਣ ਤੁਹਾਨੂੰ ਲੱਗਦਾ ਗੱਡੀ ਸਟਾਰਟ ਹੋ ਗਈ ਇਹਦਾ ਕੰਮ ਨਹੀਂ ਕਰੂਗਾ ਅੱਛਾ ਚੱਲੂਗੀ ਹਾਂ ਕਿਉਂਕਿ ਬੱਚੇ ਆ ਕਿ ਇਹਦੀ ਚਾਬੀ ਲਾ ਦੇਣੇ ਸਟਾਰਟ ਹੋ ਜੇ ਤਾਂ ਜਿੰਨਾ ਚਿਰ ਹੈਂਡ ਬ੍ਰੇਕ ਲੱਗਿਆ ਉਹਨਾਂ ਚਿਰ ਚੱਲੂਗੀ ਨਹੀਂ
ਆ ਇਹਦਾ ਬੈਟਰੀ ਦੱਸਣ ਵਾਲਾ ਮੀਟਰ ਆ ਜਾਂਦਾ ਜੀ ਐਕਸਟਰਾ। ਆ ਇਹਦੇ 1 2 3 ਗੇਅਰ ਸਪੀਡ ਆ ਗਈ। ਠੀਕ ਹੈ, ਬਟਨੀ ਆ ਜੀ ਸਿਰਫ। ਇਹ ਜਿਹੜੇ ਬਟਨ ਉੱਥੋਂ ਦੀ ਨਹੀਂ ਪਾ ਸਕਦੇ, ਇਧਰੋਂ ਦੀ ਹੋ ਜਾਣਗੇ ਇਹ? ਨਹੀਂ ਜੀ, ਇਹ ਹਾਈ ਸਪੀਡ ਵਾਲੇ 3 ਸਪੀਡ ਮੋਡ ਆ ਗਏ ਇਹ। ਆ ਹਾਈ ਲੋ ਆ ਜੀ, ਕੱਲਾ ਇਹਨੇ ਲੋ ਕਰਨੀ ਹੈ ਤੇ ਹਾਈ ਕਰਨੀ ਆ। ਜੇ ਗੱਡੀ ਲੋਡ ਤੇ ਲਾਉਣੀ ਹੈ ਤਾਂ ਲੋਚ ਕਰਕੇ, ਜਿੱਦਾਂ ਆਪਾਂ ਟਰੈਕਟਰ ਨੂੰ ਲੋਚ ਕਰ ਦਿੰਨੇ ਆ। ਤੇ ਜਿਵੇਂ ਹੁਣ ਇਹ ਬੈਟਰੀ ਪਰਸੈਂਟ ਤੇ ਦਿਖਾ ਰਹੀ ਹੈ 51%, ਯਾਨੀ ਕਿ 80% ਦੀ ਬੈਟਰੀ ਹੈਗੀ ਹੈ। ਹਾਂਜੀ। ਜੇ ਫੁੱਲ ਚਾਰਜ ਕਰੀਏ ਤਾਂ ਕਿੰਨੇ ਕਿਲੋਮੀਟਰ ਚੱਲ ਜਾਂਦੀ ਹੈ, ਔਰ ਫੁੱਲ ਚਾਰਜ ਕਰਨ ਨੂੰ ਕਿੰਨਾ ਟਾਈਮ ਲੱਗਦਾ ਹੈ? ਇਹ 150 ਕਿਲੋਮੀਟਰ ਤੱਕ ਚੱਲ ਜਾਂਦੀ ਹੈ ਜੀ, ਤੇ ਫੁੱਲ ਚਾਰਜ ਤੇ ਇਹਦਾ ਲੱਗ ਜਾਂਦਾ ਜੀ ਆਪਣਾ 4 ਘੰਟਿਆਂ ਦੇ ਵਿੱਚ ਫੁੱਲ ਚਾਰਜ ਹੋ ਜਾਂਦਾ। 4 ਘੰਟੇ। ਔਰ ਹਾਂਜੀ। ਯੂਨਿਟਾਂ ਕਿੰਨੀਆਂ ਲੱਗਦੀਆਂ ਨੇ? ਯੂਨਿਟਾਂ ਲੱਗਦੀਆਂ 4 ਤੋਂ 5 ਯੂਨਿਟ ਜੀ। 4 ਤੋਂ 5। ਹਾਂ, ਬਸ ਆਹੀ ਐਵਰੇਜ ਯੂਨਿਟ ਲੱਗਦੀ ਹੈ ਜੀ। ਔਨ ਟਾਈਮ ਬੈਟਰੀ ਕਿੰਨੀ ਕੁ ਡਾਊਨ ਆ? ਯਾਨੀ ਮਤਲਬ ਕਿ ਆਪਾਂ ਮੁਫਤ ਜੀ ਗੱਡੀ ਚਲਾ ਸਕਦੇ ਹਾਂ, 300 ਯੂਨਿਟ ਤਾਂ ਮੁਫਤ ਹੈ। ਹਾਂਜੀ ਮਾਨ ਸਰਕਾਰ ਨੇ ਮੁਫਤ ਕਰੀ ਹੋਈ ਆ। ਫ੍ਰੀ ਚ ਗੱਡੀ ਚੱਲ ਸਕਦੀ ਹੈ। ਹਾਂਜੀ ਹਾਂਜੀ, ਬਿਲਕੁਲ ਜੀ। ਫਿਰ ਮੈਂ ਇਹਦੇ ਤੇ ਜੀ ਪਿੱਛੇ ਲਾਈਟਾਂ ਦਾ ਧਿਆਨ ਰੱਖਿਆ, ਜਿਵੇਂ ਗੱਡੀ ਬੈਕ ਗੇਅਰ ਚ ਹੋ ਗਈ, ਰਾਤ ਨੂੰ ਗੱਡੀ ਦੇ ਮਗਰ ਲਾਈਟਾਂ ਨਹੀਂ ਜਗਦੀਆਂ, ਆਪਣੀਆਂ ਮਗਰ ਵੱਡੀਆਂ ਗੱਡੀਆਂ ਦੀ ਹੁੰਦੀਆਂ, ਇਹਦੇ ਨਾਲ ਬੈਕ ਗੇਅਰ ਨਾਲ ਦੋਨੇ ਲਾਈਟਾਂ ਦਿੱਤੀਆਂ ਹੋਈਆਂ ਜੀ। ਅੱਛਾ, ਬਈ ਰਾਤ ਨੂੰ ਗੱਡੀ ਬੈਕ ਕਰਨੀ ਤਾਂ ਮਗਰ ਦਿੱਕਤ ਨਾ ਆਵੇ ਕਿਸੇ ਨੂੰ। ਇੱਕ ਸਾਇਲੈਂਟ ਹੋ ਜੂਗੀ, ਨਾਰਮਲ ਨਹੀਂ ਪਤਾ ਲੱਗਣਾ, ਤੇ ਦੂਜਾ ਜੇ ਚਾਨਣ ਵੀ ਨਾ ਹੋਇਆ ਤਾਂ ਦਿੱਕਤ ਆਊਗੀ। ਅੱਛਾ, ਪਿੱਛੇ ਲਾਈਟਾਂ ਦਿੱਤੀਆਂ ਪਿੱਛੇ ਬੈਕ ਗੇਅਰ ਨਾਲ ਹਾਂ, ਜਦੋਂ ਬੈਕ ਗੇਅਰ ਲੱਗ ਗਿਆ ਲਾਈਟਾਂ ਨੇ ਜਗ ਪੈਣਾ ਜੀ। ਨਾਲ ਕੋਈ ਆਵਾਜ਼ ਵੀ ਦਿੱਤੀ ਹੈ? ਹਾਂਜੀ, ਉਹ ਸਾਇਰਨ ਬੰਦ ਕਰਿਆ ਹੋਇਆ ਮੇਰਾ ਨੀਚੋਂ, ਤੇ ਵੈਸੇ ਚੱਲਦਾ ਜੀ। ਉਹ ਮੈਂ ਤੁਹਾਨੂੰ ਚਲਾ ਕੇ ਦਿਖਾ ਦਿੰਦਾ। ਇਹ ਨਾਲ ਸਾਇਰਨ ਵੀ ਹੋ ਇਹ ਨਾਲ ਲੱਗਿਆ ਹੈ ਜੀ। ਇਹ ਕਈ ਬੰਦਿਆਂ ਨੂੰ ਪਸੰਦ ਨਹੀਂ ਹੁੰਦਾ ਜੀ। ਹੁਣ ਮੇਰੇ ਫਾਦਰ ਸਾਹਿਬ ਚਲਾਉਂਦੇ ਆ, ਉਹ ਕਹਿੰਦੇ ਆ ਇਹ ਨਹੀਂ ਖਿੱਚ ਚੰਗੀ ਨਹੀਂ ਲੱਗਦੀ, ਉਹਦਾ ਕਰਕੇ ਫਿਰ ਇਹ ਬੰਦ ਕਰਿਆ ਆ। ਠੀਕ ਹੈ। ਤੇ 4 ਯੂਨਿਟਾਂ ਲਊਗੀ, ਹਾਂਜੀ। ਘੰਟੇ ਲਊਗੀ, ਹਾਂਜੀ। ਔਰ 150 ਕਿਲੋਮੀਟਰ ਕੱਢ ਹਾਂਜੀ, 150 ਕਿਲੋਮੀਟਰ ਚੱਲ ਜੂਗੀ ਜੀ। ਅੱਛਾ, ਤੇ ਹੁਣ ਖਰਚੇ ਦੀ ਆਪਾਂ ਗੱਲ ਕਰ ਲਈਏ, ਕਿਉਂਕਿ ਜੀਪਾਂ ਤਿਆਰ ਕਰਾਉਣ ਚ, ਕਿਉਂਕਿ ਦੇਖੋ ਸ਼ੌਂਕ ਜਿਹਨੂੰ ਹੈਗਾ ਹਾਂਜੀ। ਉਹਨੇ ਦਾ ਪੈਸਾ ਨਹੀਂ ਵੇਖਣਾ। ਹਾਂਜੀ। ਪਰ ਫਿਰ ਵੀ ਜੇਕਰ ਕੋਈ ਵਿਅਕਤੀ ਜੀਪ ਤਿਆਰ ਕਰਾਉਣਾ ਚਾਹੁੰਦਾ ਹੈ, ਕਿੰਨਾ ਖਰਚਾ ਆ ਜਾਊਗਾ ਇਸ ਜੀਪ ਤੇ? ਜਿਹੜੀ ਇਹ ਸੇਮ ਜੀਪ ਆ ਜੀ, ਇਹਦੇ ਤਾਂ ਖਰਚਾ ਆ ਗਿਆ ਤਕਰੀਬਨ ਸਾਡਾ 6 ਲੱਖ ਰੁਪਏ ਜੀ। ਠੀਕ ਹੈ। ਸਾਰਾ ਕੁਝ ਕੰਪਲੀਟ ਜੀ। ਇਹਦੇ 'ਚ ਬੰਦੇ ਤੋਂ ਕੁਝ ਵੀ ਨਹੀਂ ਲਿਆ ਸੀ, ਸਾਰਾ ਕੁਝ ਆਪਣਾ ਲਿਆ ਕੇ ਲਾਇਆ, ਆਪ ਤਿਆਰ ਕੀਤਾ। ਹਾਂ, ਜੇ ਕਿਸੇ ਕੋਲ ਗੱਡੀ ਹੈਗੀ ਆ ਜੀ, ਉਹ ਤੇ ਆਪਣਾ 3-3.25 ਲੱਖ ਰੁਪਇਆ ਖਰਚਾ ਆ ਜਾਊਗਾ, ਬਈ ਇਲੈਕਟ੍ਰਿਕ ਉਹ ਜੀਪ ਉਹੀ ਚੱਲ ਜੂਗੀ। ਤੇ ਜੇ ਕਾਰ ਟਾਈਪ ਜਾਂ ਕੋਈ ਵੀ 12 ਨੰਬਰ ਟਾਇਰ ਚੜਦਾ ਜਿਹੜੀ ਗੱਡੀ ਦੇ, ਉਹ 2 ਲੱਖ ਰੁਪਏ ਤੋਂ ਸਟਾਰਟਿੰਗ ਹੋ ਜਾਂਦੀ ਹੈ ਜੀ। ਅੱਛਾ, ਪਰ 2 ਲੱਖ ਤੋਂ ਜੀਪ ਤਿਆਰ ਹੋ ਸਕਦੀ? ਹਾਂਜੀ, ਜੇ ਆਪਾਂ ਛੋਟੀ ਸਾਈਜ਼ ਕਰਨੀ, ਜੇ ਵਿੰਟੇਜ ਟਾਈਪ ਛੋਟੀ ਜੀਪ ਬਣਾਉਣੀ ਆ, ਉਹ ਆਪਣੀ 2.5 ਲੱਖ 'ਚ ਕੰਪਲੀਟ ਹੋ ਜਾਂਦੀ ਆ। ਉਹ ਅਲੱਗ-ਅਲੱਗ ਬਜਟ ਅਨੁਸਾਰ ਹੈ ਜੀ, ਆਪਾਂ ਨੂੰ ਕਿੱਦਾਂ ਦੀ ਚੀਜ਼ ਚਾਹੀਦੀ ਹੈ। ਮਾਡਲ ਦੇ ਉੱਤੇ ਹਿਸਾਬ ਰੱਖਦਾ ਹੈ ਕਿ ਬੇਸ ਚਾਹੀਦਾ ਹੈ, ਹਾਂਜੀ, ਤੁਹਾਨੂੰ ਗਬਲਾ ਚਾਹੀਦਾ ਹੈ, ਟੌਪ ਮਾਡਲ ਚਾਹੀਦਾ, ਉਸ ਹਿਸਾਬ ਨਾਲ ਤਿਆਰ ਹੋ ਜੂਗੀ। ਹਾਂਜੀ। ਹਾਂ, ਤਾਂ 6 ਲੱਖ ਇਹਦੀ ਕਾਸਟ ਆਈ ਹੈ, ਔਰ ਤੁਸੀਂ ਵੇਖ ਸਕਦੇ ਹੋ ਇਲੈਕਟ੍ਰਿਕ ਇਹ ਜੀਪ ਬਿਲਕੁਲ ਹੁਣ ਤਿਆਰ ਹੋ ਚੁੱਕੀ ਹੈ। ਔਰ ਟਾਇਰ ਦੀ ਜੇਕਰ ਆਪਾਂ ਗੱਲ ਕਰੀਏ, ਟਾਇਰਾਂ ਵੀ ਜਿਹੜੇ ਇਸ ਦੇ ਵਿੱਚ ਵੱਡੇ ਹੋਰ ਪਾਏ ਜਾ ਸਕਦੇ ਨੇ? ਹਾਂਜੀ, ਟਾਇਰ ਅਸੀਂ ਪਾਉਣੇ ਵੱਡੇ ਸੀ। ਜਦੋਂ ਇਹ ਟਾਇਰ ਅਸੀਂ ਲਿਆਏ ਸੀ ਨਾ ਜੀ, ਪਹਿਲਾਂ ਜਦੋਂ ਜੀਪ ਦੀ ਅਸੀਂ ਮੰਨ ਕੇ ਚਲੋ ਨੀਂਹ ਰੱਖੀ ਸੀ, ਅਸੀਂ ਇਹ ਸੋਚਿਆ ਸੀ ਕਿ ਛੋਟੀ ਜੀਪ ਬਣਾਉਣੀ ਆ। ਠੀਕ ਹੈ। ਜਿਹਦਾ ਕਰਕੇ ਅਸੀਂ ਛੋਟੇ ਟਾਇਰ ਵਰਨਾ ਆਪਣੇ ਵਾਲਿਆਂ ਨੂੰ ਸ਼ੌਂਕ ਹੁੰਦਾ ਨਾ ਛੋਟੇ ਛੋਟੇ ਟਾਇਰ ਹਾਂ, ਜੀਪ ਦੇ ਚੌੜੇ ਚੌੜੇ ਟਾਇਰ ਜੀ। ਉਦੋਂ ਮੈਨੂੰ ਸੀਗਾ ਕਿ ਆਪਾਂ ਛੋਟੀ ਜੀਪ ਬਣਾਉਣੀ ਆ ਤੇ ਟਾਇਰ ਛੋਟਾ ਰੱਖਣਾ ਪਊਗਾ। ਤੇ ਉਸ ਤੋਂ ਬਾਅਦ ਜਦੋਂ ਟਾਇਰ ਲਿਆ ਕੇ ਫਿੱਟ ਕਰਕੇ ਅਸੀਂ ਜੀਪ ਤਿਆਰ ਕਰੀ, ਟਾਇਰ ਤਾਂ ਇੱਥੇ ਵੱਡੇ ਚੜ ਸਕਦੇ ਆ, ਉਹਦੀ ਕਾਸਟਿੰਗ ਐਕਸਟਰਾ ਵੱਧਦੀ ਸੀ। ਤੇ ਉਹਨਾਂ ਨੂੰ ਅਸੀਂ ਚੇਂਜ ਕਰਦੇ ਵਿੱਚ, ਉਹ ਵਿੱਚ ਸਸਤੇ ਕੱਢਦੇ ਸੀ, ਤੇ ਉਹਦੇ ਚੱਕਰ 'ਚ ਸੀਗਾ ਚਲੋ ਕੋਈ ਗੱਲ ਨਹੀਂ, ਪਹਿਲੀ ਜੀਪ ਆ ਇਹਦੇ ਇਦਾਂ ਚੱਲਦੇ ਆ, ਫਿਰ ਅਗਲੇ 'ਚ ਆਪਾਂ ਚੇਂਜ ਕਰ ਲਾਂਗੇ। ਸਿਮਰ, ਆ ਜਿਹੜਾ ਇੱਥੇ ਅਸੀਂ ਵੇਖ ਰਹੇ ਹਾਂ ਨੀਲਾ ਜਿਹਾ ਇੱਕ ਇਹ ਬਣਿਆ ਹੋਇਆ, ਇਹ ਕੀ ਚੀਜ਼ ਹੈ? ਇਹ ਮੋਟਰ ਆ ਜੀ, ਜਿਹੜੀ ਇਹਨੂੰ ਚਲਾ ਰਹੀ ਆ। ਅੱਛਾ, ਜਿਹੜੀ ਚਲਾ ਰਹੀ, ਮਤਲਬ ਮੇਨ ਇਹਦਾ? ਹਾਂਜੀ, ਮੇਨ ਇੰਜਨ ਇਹ ਹੈ ਜੀ। ਠੀਕ ਹੈ। ਹਾਂ, ਇਹਦੇ 'ਚ ਸਭ ਤੋਂ ਮਹਿੰਗਾ ਪਾਰਟ ਬੈਟਰੀ ਤੇ ਮੋਟਰ ਹੀ ਆ ਜਾਂਦਾ। ਕਈ ਬੰਦੇ ਹੁਣ ਕਹਿ ਦਿੰਦੇ ਆ ਕਿ ਇੰਨੀ ਮਹਿੰਗੀ ਜੀਪ ਤਿਆਰ ਕਰੀ ਆ, ਇਹਦਾ ਕੀ ਫਾਇਦਾ? ਬਾਕੀ ਅਲੱਗ-ਅਲੱਗ ਸ਼ੌਂਕ ਆ ਜੀ, ਕਿਉਂਕਿ ਮੇਰੀ ਅੱਗੇ ਇੱਕ ਵੀਡੀਓ ਪਾਈ ਸੀ, ਉਹ 'ਚ ਮੈਂ ਥੱਲੇ ਕਈ ਕਮੈਂਟ ਰੀਡ ਕਰੇ ਸੀ, ਇਹਦਾ ਕੀ ਫਾਇਦਾ, ਨਾਲ ਬੰਦ ਗੱਡੀ ਕਰਨੀ ਸੀ। ਅੱਛਾ, ਬਈ ਤਾਂ ਓਪਨ ਹੈ, ਤਾਂ ਮੋਟਰਸਾਈਕਲ ਵਾਲਾ ਕੰਮ ਹੀ ਆ। ਪਰ ਉਹ ਅਲੱਗ-ਅਲੱਗ ਸੋਚ ਆ ਜੀ। ਇੱਕ ਜਿਹੜੀ ਜੀਪ ਤੇ ਬੁਲਟ ਮੋਟਰਸਾਈਕਲ ਆ ਜੀ, ਆਪਣੇ ਪੰਜਾਬੀਆਂ ਵਾਸਤੇ ਕਦੇ ਪੁਰਾਣੇ ਨਹੀਂ ਹੁੰਦੇ, ਤੇ ਇਹ ਇੱਕ ਸ਼ੌਂਕ ਆ ਜੀ। ਹਾਂਜੀ। ਔਰ ਜਿਵੇਂ ਤੁਸੀਂ ਇਹ ਆਪਣੀ ਜਿੰਨੀ ਤੁਹਾਡੀ ਹੁਣ ਤੱਕ ਦੀ ਮਿਹਨਤ ਹੈ ਉਹ ਸਾਰੀ ਲਾਈ ਹੈ, ਤਾਂ ਮੈਂ ਜ਼ਰੂਰ ਬਾਪੂ ਜੀ ਉਹਨਾਂ ਨਾਲ ਵੀ ਗੱਲਬਾਤ ਕਰਨਾ ਚਾਹੂੰਗਾ, ਕਿਉਂਕਿ ਨਾਲ ਕਹਿੰਦੇ ਕਿ ਬਾਪੂ ਜੀ ਦਾ ਵੀ ਪੂਰਾ ਸਹਿਯੋਗ ਹੈ ਤੁਹਾਨੂੰ ਕਰਨ ਦਾ। ਬਾਪੂ ਜੀ ਆਜੋ ਇੱਧਰ ਨੂੰ, ਮਾੜੇ ਆਪਾਂ ਤੁਹਾਡੇ ਨਾਲ ਵੀ ਮੁਲਾਕਾਤ ਕਰਾ ਦਈਏ। ਤਾਂ ਜਿਵੇਂ ਸਿਮਰ ਨੂੰ ਅਸੀਂ ਵੇਖਿਆ ਕਿ ਤਾਂ ਪਹਿਲਾਂ ਬਹੁਤ ਖੁਸ਼ੀ ਹੋਈ ਕਿ ਨੌਜਵਾਨ ਕਿਸ ਪਾਸੇ ਨੂੰ ਆ ਕੇ ਕੰਮ ਕਰ ਰਹੇ ਨੇ, ਵਧੀਆ ਇਹਨਾਂ ਦੇ ਵੱਲੋਂ ਕੰਮ ਕੀਤਾ ਜਾ ਰਿਹਾ ਹੈ। ਕਿਵੇਂ ਵੇਖਦੇ ਹੋ ਅੱਜ ਪੁੱਤ ਦੀ ਇਸ ਤਰੱਕੀ ਨੂੰ, ਪੁੱਤ ਦੀ ਇਸ ਚੜ੍ਹਤ ਨੂੰ, ਜਿੱਥੇ ਪੁੱਤ ਇਹ ਕੰਮ ਕਰਕੇ ਹੁਣ ਪੂਰਾ ਵਾਹ ਜਿਹੜੀ ਹੈਗੀ ਉਹ ਲੋਕੀ ਕਰ ਰਹੇ ਨੇ? ਹਾਂ, ਇਹ ਤਾਂ ਜ਼ਰੂਰੀ ਹੈ ਬਾਈ, ਹਰ ਇੱਕ ਦਾ ਬੱਚਾ ਹੀ ਸਭ ਦਾ ਹੀ ਨੈਸ ਪੁੱਤ ਨਿਕਲੇ। ਜੇ ਬੱਚੇ ਨੂੰ ਹੌਸਲਾ ਆਪਾਂ ਕੁਝ ਦੇ ਨਹੀਂ ਨਾ ਸਕਦੇ, ਉਹਨੂੰ ਹੌਸਲਾ ਜ਼ਰੂਰ ਦੇ ਦਈਏ। ਬਹੁਤ ਖੁਸ਼ੀ ਹੈ ਜੀ, ਚੰਗੇ ਰਾਹ ਲੱਗਿਆ, ਬਹੁਤ ਵਧੀਆ ਲੱਗਿਆ। ਕਿਉਂਕਿ ਜਿਵੇਂ ਸਿਮਰ ਦੱਸ ਵੀ ਰਿਹਾ ਸੀ ਕਿ 10ਵੀਂ ਕੀਤੀ ਹੋਈ ਹੈ, ਜਦੋਂ ਪੜ੍ਹਾਈ ਦੇ ਵਿੱਚ ਤੇਜ਼ ਨਹੀਂ ਸੀਗਾ, ਜਾਂ ਕਹਿ ਲਓ ਕਿ ਪੜ੍ਹਾਈ ਨਹੀਂ ਕਰ ਰਿਹਾ ਸੀ, ਤਾਂ ਉਦੋਂ ਆਉਂਦਾ ਸੀਗਾ ਦਿਮਾਗ ਦੇ ਵਿੱਚ ਕੀ ਕਰੂਗਾ ਵੱਡੇ ਹੋ ਕੇ, ਕਿੱਥੇ ਇਹਨੂੰ ਲਾਵਾਂਗੇ, ਕੀ ਕਰਾਂਗੇ? ਤਾਂ ਇਹ ਕਦੀ ਜ਼ਿਹਨ ਦੇ ਵਿੱਚ ਆਉਂਦੀਆਂ ਸੀ ਚੀਜ਼ਾਂ? ਸੋਚਿਆ ਤਾਂ ਫਿਕਰ ਤਾਂ ਹੁੰਦਾ ਹੀ ਹੈ ਹਰ ਬਾਪ ਨੂੰ, ਹੈ ਨਾ, ਬੱਚੇ ਦਾ, ਵੀ ਆਪਾਂ ਕਾਰੋਬਾਰ ਕੀ ਕਰਾਂ, ਖੇਤੀ ਕਰੀਏ ਨੇ। ਹਰ ਮੁੰਡਾ ਬਾਹਰ ਜਾਈ ਜਾਂਦਾ,
ਇਹਨੂੰ ਮੈਂ ਪੁੱਛਿਆ ਬੇਟਾ ਪੜ ਜਾ ਬਾਹਰ ਬੂਰ ਦਾ ਬਣ ਜੂ ਤੇਰਾ ਆ ਡੈਡੀ ਮੈਂ ਜਾਣਾ ਹੀ ਨਹੀਂ ਬਾਹਰ, ਅੱਛਾ ਆਪਾਂ ਇੱਥੇ ਹੀ ਕੰਮ ਕਰਨਾ ਹੈ। ਮੋਟਰਸਾਈਕਲ ਇੱਕ ਲੋਕਲ ਤਿਆਰ ਕੀਤਾ ਸੀ ਘਰੇ, ਉਦੋਂ ਬਾਅਦ ਇਹ ਜਿਹਾ ਚੜ ਗਿਆ ਕੰਮ, ਹੁਣ ਗੱਡੀਆਂ ਤਿਆਰ ਕਰੀ ਜਾਂਦੇ ਆ। ਪਰ ਜੇ ਚੰਗਾ ਕਰਾਂਗੇ ਤਾਂ ਵੀਰ ਚੰਗਾ ਤਾਂ ਕੁੱਤੇ ਹੀ ਬਹਿ ਕੇ ਕਰਦੇ। ਸਿਮਰ ਤੁਸੀਂ ਨਹੀਂ ਸੋਚਿਆ ਬਾਹਰ ਜਾਣ ਦਾ, ਜਿਵੇਂ ਡੈਡੀ ਕਹਿ ਰਹੇ ਨੇ ਕਿ ਪੁੱਛਿਆ ਵੀ ਸੀਗਾ ਕਿ ਬਾਹਰ ਚਲਾ ਜਾ, ਤਾਂ ਬਾਹਰ ਜਾਣ ਦਾ ਤੁਸੀਂ ਨਹੀਂ ਸੋਚਿਆ? ਪਹਿਲਾਂ ਜਦੋਂ ਮੈਂ 10ਵੀਂ ਕਰੀ ਹੈ ਜੀ, ਉਦੋਂ ਸੀਗੀ ਦਿਮਾਗ 'ਚ, ਮੇਰੇ ਨਾਲ ਦੇ ਮੁੰਡੇ ਗਏ ਜੀ ਬਾਹਰ, ਪਾਸਪੋਰਟ ਬਣਾ ਲਿਆ ਜੀ, ਮੈਂ ਵੀ ਚਾਹ ਕੇ ਬਾਹਰ ਜਾਊਂਗਾ। ਪਰ ਉਸ ਤੋਂ ਬਾਅਦ ਜੀ ਥੋੜਾ ਟਾਈਮ ਪੈਂਦਾ ਕਿ ਹੁਣ ਮੇਰੇ 4 ਭੈਣਾਂ ਜੀ ਤੇ ਬਾਕੀ ਮੈਂ ਇਕੱਲਾ ਰਹਿ ਜਾਂਦਾ ਜੀ ਘਰੇ, ਤਾਂ ਸੋਚਿਆ ਕਿ ਬਾਹਰ ਜਾ ਕੇ ਵੀ ਤਾਂ ਦਿਹਾੜੀ ਕਰਨੀ ਆ। ਉੱਥੇ ਇੱਕ ਆਪਾਂ ਸੀਰੀ ਲੱਗਾਂਗੇ ਜੀ, ਦੂਜਾ ਨੰਬਰ ਜਦੋਂ ਘਰੇ ਕਿਤੇ ਗੱਲਬਾਤ ਕਰਦਾ ਸੀ ਲੱਗਣ ਦੀ, ਮੇਰੇ ਪਿੰਡ ਦੇ ਕਹਿੰਦੇ ਲੱਗ ਜਾ ਕਿਤੇ, ਇੱਥੇ ਵਿਹਲਾ ਫਿਰਦਾ 10ਵੀਂ ਕਰਨ ਮਰੋ। ਡੈਡੀ ਮੈਨੂੰ ਕਹਿੰਦੇ ਲੱਗਣਾ ਨਹੀਂ ਯਾਰ, ਤੂੰ ਇੱਥੇ ਭੁੱਖੇ ਮਰ ਜਾਏਂ, ਕੁਛ ਨਹੀਂ ਹੁੰਦਾ, ਪਰ ਲੱਗਣਾ ਨਹੀਂ। ਤੇ ਉਹ ਚੀਜ਼ ਜਦੋਂ ਲੱਗਣਾ ਤਾਂ ਹੈ ਹੀ ਨਹੀਂ, ਇਹ ਗੱਲ ਤਾਂ ਦਿਮਾਗ ਚੋਂ ਨਿਕਲ ਗਈ ਸੀ। ਮੈਂ ਆਰਮੀ ਦਾ ਕਈ ਕਹਿੰਦੇ ਸੀ ਫੌਜ ਦੀ ਭਰਤੀ ਵੇਖ ਲਾ, ਆ ਪੁਲਿਸ ਦੀ ਭਰਤੀ ਭਰਦੇ, ਮੈਂ ਅੱਜ ਦੀ ਕੋਈ ਵੀ ਸਰਕਾਰੀ ਪੋਸਟ ਨਹੀਂ ਭਰੀ। ਜਦੋਂ ਆਪਣੇ ਕੋਲੇ ਕਾਬਲੀਅਤ ਆਪਾਂ ਕਰ ਸਕਦੇ ਜੀ, ਮੈਂ ਕਿਸੇ ਦੀ ਨੌਕਰੀ 'ਚ ਹੱਥ ਨਹੀਂ ਉਹ ਲੱਤ ਨਹੀਂ ਡਾ ਸਕਦਾ। ਕਿਉਂਕਿ ਜੇ ਮੇਰੇ ਕੋਲੇ ਕਾਬਲੀਅਤ ਹਨ, ਕਈ ਜ਼ਿਮੀਂਦਾਰ ਆ ਜੀ ਸਰਦੇ ਘਰਾਂ ਦੇ ਆ, ਉਹ ਨੌਕਰੀ ਨੂੰ ਭੱਜਦੇ ਆ। ਉਹਨਾਂ ਨੂੰ ਚਾਹੀਦਾ ਕਿ ਜਿਹੜਾ ਬੰਦਾ ਗਰੀਬ ਆ, ਜਿਹਨੂੰ ਨੌਕਰੀ ਦੀ ਲੋੜ ਆ, ਉਹਨੂੰ ਮਿਲਣੀ ਚਾਹੀਦੀ ਆ। ਜਿਹਨੂੰ ਸਰਦਾ ਜੀ, ਉਹਨੂੰ ਸਾਰਨਾ ਚਾਹੀਦਾ ਕਿ ਉਹ ਹੋਰ ਐਡਜਸਟ ਕਰ ਸਕੇ। ਕਈ ਪੈਸੇ ਵਾਲੇ ਬੰਦੇ ਆ ਜੀ, ਉਹ ਸਰਕਾਰੀ ਨੌਕਰੀ ਨੂੰ ਵੱਧ ਭੱਜਦੇ ਆ। ਉਹਨਾਂ ਨੂੰ ਚਾਹੀਦਾ ਕਿ ਹਾਂ ਤੁਸੀਂ ਆਪਣਾ ਬਿਜ਼ਨਸ ਖੜਾ ਕਰ ਸਕਦੇ ਹੋ, ਕਰੋ। ਮੈਂ ਜੀ ਕੰਮ ਕੀਤਾ, ਮੈਂ ਆਪਣਾ ਕੰਮ ਸਟਾਰਟ ਕਰ ਰਿਹਾ। ਕੋਈ ਵੀ ਬੰਦਾ ਜੀ ਕਿਸੇ 'ਚ ਕੋਈ ਨਾ ਕੋਈ ਕਾਬਲੀਅਤ ਹੁੰਦੀ ਆ, ਕੋਈ ਲਿਖਦਾ ਵਧੀਆ, ਕੋਈ ਗਾਉਂਦਾ ਵਧੀਆ। ਹੁਣ ਪਿੱਛੇ ਆਪਾਂ ਸਿੱਧੂ ਮੂਸੇ ਵਾਲਾ ਵੇਖਿਆ ਜੀ, ਉਹਨੇ 2-3 ਸਾਲਾਂ 'ਚ ਦੁਨੀਆ ਹਿਲਾਤੀ, ਤਰੱਕੀ ਕਰੀ। ਉਹ ਵੀ ਇੱਕ ਪਿੰਡਾਂ 'ਚ ਉੱਠਿਆ ਹੋਇਆ ਮੁੰਡਾ ਸੀ ਤੇ ਛੋਟੀ ਉਮਰ 'ਚ ਸੀ। ਦੁਨੀਆ ਬਹੁਤ ਪਈ ਜੀ, ਆਪਣੀ ਵੇਟ ਕਰ ਰਹੀ ਆ, ਪਰ ਆਪਾਂ ਨੂੰ ਕੁਛ ਨਾ ਕੁਛ ਕਰਾਂਗੇ ਫੇਰ ਆ ਜੀ। ਘਰਦਿਆਂ ਨੂੰ ਵੀ ਕੁਛ ਕਰਕੇ ਵਿਖਾਉਣਾ ਪੈਂਦਾ ਨਾਲ ਖੜਾ ਕਰਨ ਵਾਸਤੇ। ਔਰ ਜਿਵੇਂ ਇੰਨਾ ਹੁਨਰ ਹੋਵੇ, ਬੱਚੇ ਕਹਿ ਦਿੰਦੇ ਆ ਕਿ ਜੀ ਹੁਣ ਤਾਂ ਪਿੰਡ ਦੇ ਵਿੱਚ ਨਹੀਂ ਕੰਮ ਚੱਲਣਾ, ਹੁਣ ਤਾਂ ਸ਼ਹਿਰ ਵਾਲੇ ਨੂੰ ਪਾਸੇ ਜਾਂਦੇ ਆ, ਉੱਥੇ ਕੋਈ ਦੁਕਾਨ ਕਰ ਲਈਏ, ਉੱਥੇ ਕੋਈ ਫੈਕਟਰੀ ਕਰ ਲਈਏ। ਤਾਂ ਸਿਮਰ ਤੁਹਾਡੇ ਜ਼ਿਹਨ ਦੇ ਵਿੱਚ ਇਹ ਬਾਪੂ, ਇਹਨਾਂ ਦੇ ਜ਼ਿਹਨ ਦੇ ਵਿੱਚ ਹੈ ਕਿ ਇੱਥੇ ਆਪਾਂ ਬਾਹਰ ਚਲੇ ਜਾਈਏ, ਬਾਹਰ ਜਾ ਕੇ ਕੰਮ ਕਰ ਲਈਏ, ਪਿੰਡ ਹੀ ਰਹਿਣਾ ਹੈ? ਨਹੀਂ, ਇਹ ਚੀਜ਼ ਤਾਂ ਕਦੇ ਸੋਚੀ ਨਹੀਂ, ਪਿੰਡ ਤੋਂ ਬਾਹਰ ਨਹੀਂ। ਮੈਂ ਪਿੱਛੇ ਜੇ ਘਰ ਦੇ ਕੋਲ ਹਾਲਾਤਾਂ ਕਰਕੇ ਅਸੀਂ ਸੋਚਿਆ ਸੀਗਾ ਕਿ ਆਪਾਂ ਇੱਥੋਂ ਬਾਹਰ ਰਹਿਣ ਲੱਗ ਜਾਾਂਗੇ। ਮੇਰੀ ਇਹ ਸੋਚ ਸੀ ਕਿ ਪਿੰਡ ਤੋਂ ਬਾਹਰ ਜਾ ਕੇ ਨਹੀਂ ਕੁਝ ਕਰਨਾ, ਕਿਉਂਕਿ ਬਹੁਤੇ ਲੋਕ ਇਹ ਮੰਨਦੇ ਆ ਕਿ ਪਿੰਡ 'ਚ ਤਰੱਕੀ ਨਹੀਂ ਹੁੰਦੀ। ਮੇਰੀ ਮੇਨ ਸੋਚ ਇਹ ਕਹਿੰਦੀ ਹੈ ਜੇ ਤਰੱਕੀ ਕਰਨੀ ਹੈ ਤਾਂ ਇੱਥੇ ਕਰਨੀ ਹੈ, ਨਹੀਂ ਕਰਨੀ ਨਹੀਂ। ਮੇਰਾ ਪਿੰਡ ਜੀ ਥੋੜਾ ਜਿਹਾ ਸਾਈਡ ਨੂੰ ਰਹਿ ਜਾਂਦਾ, ਇੱਥੇ ਕੋਈ ਨੇੜੇ ਰੋਡ ਨਹੀਂ ਲੱਗਦਾ। ਮੇਰੇ ਪਿੰਡ 'ਚ ਜੀ ਮੈਂ 22 ਸਾਲ ਦੀ ਉਮਰ ਹੋ ਗਈ, ਇੱਕ ਵੀ ਬੱਸ ਨਹੀਂ ਆਈ ਤੇ ਕੋਈ ਸਾਡੇ ਕੋਈ ਸਰਕਾਰੀ ਮੁਲਾਜ਼ਮ ਵੱਡੇ ਲੈਵਲ ਦਾ ਹੈ ਨਹੀਂਗਾ। ਮੇਰੀ ਢਾਣੀ ਹੈ ਜੀ ਛੋਟੀ, ਸਾਡੇ ਕੋਟਲੀ ਪਿੰਡ ਦਾ ਵੱਡਾ ਪਿੰਡ ਸਾਈਡ ਤੇ ਰਹਿ ਜਾਂਦਾ, ਅਸੀਂ ਢਾਣੀ 'ਚ ਰਹਿੰਦੇ, ਕੋਠੇ ਰਹਿ ਜਾਂਦੇ ਆ। ਪਰ ਐਂ ਰਹਿੰਦਾ ਕਿ ਜਦੋਂ ਬੰਦਾ ਕਹਿੰਦਾ ਨਾ ਕਿ ਅਸੀਂ ਪਿਛੜੇ ਹੋਏ ਜਾਂ ਬੈਕਵਰਡ ਏਰੀਆ ਮੰਨਿਆ ਜਾਂਦਾ, ਹੁਣ ਮੋਗਾ ਲੁਧਿਆਣਾ ਬਠਿੰਡਾ ਮੁਕਤਸਰ ਨੂੰ ਬੈਕਵਰਡ ਦੱਸਦੇ ਆ, ਉਦੋਂ ਫਿਰ ਉੱਥੋਂ ਉੱਠਣ ਦਾ ਸਵਾਦ ਜਿਹਾ ਵੱਖਰਾ ਹੁੰਦਾ ਜੀ ਕਿ ਹਾਂ ਇਹ ਬੈਕਵਰਡ ਨਹੀਂ, ਸੋਚ ਬੈਕਵਰਡ ਆ। ਆਪਾਂ ਜੇ ਚਾਹੀਏ ਤਾਂ ਕੁਝ ਵੀ ਕੀਤਾ ਜਾ ਸਕਦਾ। ਚੰਗੀ ਚੀਜ਼ ਤਾਂ ਖੂਹ 'ਚ ਪਈ ਹੈ ਜੀ, ਉਹ ਵੀ ਇੱਕ ਦਿਨ ਚੜ ਜਾਣੀ ਆ, ਤੇ ਮਾੜੀ ਚੀਜ਼ ਬਦਨਾਮ ਹੀ ਹੋਣੀ ਹੈ ਜੀ, ਉਹ ਜਿੱਥੇ ਮਰਜੀ। ਤੁਸੀਂ ਜਿਵੇਂ ਜ਼ਿਕਰ ਕੀਤਾ ਕਿ ਬੱਸ ਨਹੀਂ ਆਉਂਦੀ, ਮੈਨੂੰ ਲੱਗਦਾ ਹੁਣ ਇੱਥੇ ਪੱਤਰਕਾਰ ਆਇਆ ਕਰਨਗੇ ਇੰਟਰਵਿਊ ਲੈਣ ਵਾਸਤੇ, ਜਾਂ ਵੱਡੀ ਕੰਪਨੀਆਂ ਵੀ ਆ ਸਕਦੀਆਂ ਤੁਹਾਨੂੰ ਮਿਲਣ ਵਾਸਤੇ। ਕਿਵੇਂ ਆ ਰਹੀ ਨੇ, ਕੋਈ ਆਫਰ ਆ ਰਹੇ ਨੇ ਵੱਡੀ ਕੰਪਨੀਆਂ ਦੇ ਵਿੱਚੋਂ? ਆਈ ਜਾਂਦੇ ਬਾਈ, ਬਹੁਤ ਸਾਥ ਦਿੰਦੇ ਆ। ਹੁਣ ਸਾਡੇ ਮੁੰਡਾ ਪਿੰਡ ਦਾ ਮਿਸਤਰੀ ਹੁਣ ਆਗਰਾਂਡ, ਬਹੁਤ ਜ਼ਿਆਦਾ ਇਸ ਨੇ ਸਾਡਾ ਸਾਥ ਦਾ ਵੈਲਡਰ ਮੁੰਡਾ। ਅੱਛਾ ਜੀ, ਸਹਿਯੋਗ ਦਿੰਦਾ। ਹੋ ਜੀ ਖਰਾਦ ਦੇ ਕੰਮ ਦੀ ਲੋੜ ਪੈਂਦੀ ਹੈ, ਮੇਰੇ ਕੋਲ ਖਰਾਦ ਵਗੈਰਾ ਹੈ ਨਹੀਂਗਾ, ਤੇ ਮੇਰੇ ਚਾਚਾ ਜੀ ਹੈ ਜੀ, ਖਰਾਦ ਦਾ ਕੰਮ ਅਸੀਂ ਇਹਨਾਂ ਤੋਂ ਕਰਾਉਂਦੇ ਵੀ ਨਹੀਂ ਨੇ ਵਿਚਾਰੇ ਨੇ ਹਟੇ ਹੀ ਨਹੀਂ ਪਿੱਛੇ ਕਿਸੇ ਨੂੰ। ਬਾਕੀ ਅਸੀਂ ਮਾਨ ਨਹੀਂ ਕਰਦੇ ਦੋਸਤੋ ਜੀ, ਨਾ ਹਕਾਰ ਕਰਾਂਗੇ, ਜੋ ਕਰਾਂਗੇ ਸੱਚ ਕਰਾਂਗੇ, ਦੱਸ ਕੇ ਜੀ ਦੇਵਾਂਗੇ ਤਾਂ ਇੱਥੇ ਹੀ ਉੱਠਾਂਗੇ, ਬਾਹਰ ਜਾਣ ਦੀ ਰਿਕੁਐਸਟ ਨਹੀਂ ਰੱਖਦੇ। ਅੱਛਾ, ਤੇ ਹੁਣ ਜੇ ਕਿਸੇ ਨੇ ਸੰਪਰਕ ਕਰਨਾ ਹੈ, ਸਿਮਰ ਜੀਪ ਤਿਆਰ ਕਰਾਉਣੀ ਹੈ, ਮੋਟਰਸਾਈਕਲ ਤਿਆਰ ਕਰਾਉਣਾ ਹੈ, ਕਿਵੇਂ ਸੰਪਰਕ ਕਰ ਸਕਦੇ ਹੋ? ਕਿਉਂਕਿ ਸਾਨੂੰ ਵੀ ਬਾਈ ਨੂੰ ਕੰਟੈਕਟ ਕਰਦੇ ਬਹੁਤ ਟਾਈਮ ਲੱਗ ਗਿਆ, ਬਾਈ ਨੇ ਫੋਨ ਬਹੁਤ ਜਾ ਕੇ ਲੇਟ ਚੱਕਿਆ, ਬਿਜ਼ੀ ਹੈ ਕਿਉਂਕਿ ਕੰਮ ਦੇ ਵੱਲ ਧਿਆਨ ਹੈ ਸਾਰਾ। ਤਾਂ ਕਿਵੇਂ ਕੰਟੈਕਟ ਕਰ ਸਕਦੇ ਹੋ? ਆ ਪਿਛਲੇ ਪਾਸੇ ਤੁਸੀਂ ਵੇਖ ਵੀ ਸਕਦੇ ਹੋ, ਬਾਈ ਨੇ ਆਪਣਾ ਸਾਰਾ ਇਨਫੋਰਮੇਸ਼ਨ ਵੀ ਦਿੱਤੀ ਹੋਈ ਹੈ, ਤਾਂ ਉਹ ਚੀਜ਼ਾਂ ਵੀ ਦਿਖਾ ਦਿੱਤੀਆਂ ਜਾਣ। ਤਾਂ ਆ ਤੁਸੀਂ ਵੇਖੋ, ਆ ਬਾਈ ਉਹਨਾਂ ਦੀ ਜਿਹੜੀ ਵਰਕਸ਼ਾਪ ਹੈ ਉਹਦਾ ਨਾਮ ਹੈ ਫਤਿਹ ਇਲੈਕਟ੍ਰਿਕ ਵਹੀਕਲ, ਸਿਮਰਜੀਤ ਬਰਾੜ 30 ਇਹਨਾਂ ਦੀ ਇੰਸਟਾਗ੍ਰਾਮ ਆਈਡੀ ਹੈ, ਔਰ ਇਹ ਨੰਬਰ ਹੈ 90 41 60 40 79 99, ਮਾਫ ਕਰਨਾ, ਤਾਂ 90 41 60 40 99 ਇਹਨਾਂ ਦਾ ਨੰਬਰ ਹੈ WhatsApp, ਔਰ ਫੋਨ ਇਸ ਦੇ ਉੱਤੇ ਫੋਨ ਬੰਦਾ ਕਰਕੇ ਆਰਡਰ ਜਾਂ ਜੋ ਵੀ ਗੱਲਾਂ ਹੈਗੀਆਂ ਉਹ ਕਲੀਅਰ ਕਰ ਸਕਦਾ ਹੈ। ਹਾਂਜੀ, ਜੇਕਰ ਕਿਸੇ ਬੰਦੇ ਨੇ ਤੇ ਫੋਟੋ ਵੀਡੀਓ ਹੋਰ ਗੱਡੀਆਂ ਦੀਆਂ ਜਾਂ ਮੋਟਰਸਾਈਕਲ ਵੇਖਣੇ ਆ ਜੀ, ਸਕੂਟਰ ਮੋਟਰਸਾਈਕਲ ਵੀ ਤਿਆਰ ਕਰਦੇ ਆ। ਅੱਛਾ, ਤੇ ਉਹ ਇੰਸਟਾਗ੍ਰਾਮ ਤੇ ਫੋਟੋ ਵਗੈਰਾ ਹੈਗਾ ਜੀ, ਕਈ ਬੰਦੇ ਫੋਨ ਕਰਦੇ ਆ ਕਿ ਫੋਟੋ ਵਗੈਰਾ ਭੇਜ ਦਿਓ, ਉਹ ਤੁਸੀਂ ਇਹ ਤੇ ਦੇਖ ਸਕਦੇ, ਮੈਨੂੰ WhatsApp ਤੇ ਮੈਸੇਜ ਕਰੋ ਤਾਂ ਲਿੰਕ ਆ ਜਾਊਗਾ ਜੀ। ਤੇ ਆਪ ਕੰਮ ਕਰਦੇ ਜਿਵੇਂ ਕੰਮ ਵੀ ਅਸੀਂ ਆਪ ਹੀ ਕਰਦੇ ਆ। ਫੋਨ ਕਾਲ ਬਹੁਤ ਜ਼ਿਆਦਾ ਆਉਂਦੀਆਂ, ਫੋਨ ਕਈ ਵਾਰੀ ਨਹੀਂ ਅਟੈਂਡ ਹੁੰਦਾ, ਤਾਂ ਟਰਾਈ ਕਰਨ ਕਿ 1-2 ਦਿਨ ਰੁਕ ਕੇ, ਕਿਉਂਕਿ ਜ਼ਿਆਦਾ ਆਉਣ ਕਰਕੇ ਮੈਥੋਂ ਆਪ ਨਹੀਂ ਚੱਕੇ ਜਾਂਦੇ ਜੀ। ਆਪ ਨੂੰ ਵੀ ਮਹਿਸੂਸ ਹੁੰਦਾ ਕਿ ਕੋਈ ਆਦਮੀ ਕਾਲ ਕਰ ਰਿਹਾ ਤੇ ਆਪਾਂ ਚੱਕ ਨਹੀਂ ਰਹੇ, ਉਹ ਕਈ ਵਾਰੀ ਟਾਈਮ ਨਹੀਂ ਲੱਗਦਾ, ਤਾਂ 1-2 ਦਿਨ ਰੁਕ ਕੇ ਟਰਾਈ ਕੀਤਾ ਜਾਵੇ ਤਾਂ ਮੈਂ ਜ਼ਰੂਰ ਅਟੈਂਡ ਕਰੂੰਗਾ ਜੀ। ਔਰ ਸਿਮਰ, ਇਹ ਪੂਰੀ ਜੀਪ ਤਿਆਰ ਕਰਨ ਨੂੰ ਤੁਹਾਨੂੰ ਕਿੰਨਾ ਟਾਈਮ ਲੱਗ ਗਿਆ ਸੀਗਾ? ਸਾਨੂੰ 4 ਮਹੀਨੇ ਲੱਗ ਗਏ ਜੀ ਤੇ ਤਕਰੀਬਨ। ਅੱਛਾ,
ਤਾਂ ਦੇਖੋ ਚੇਤਕ ਸਕੂਟਰ ਹੈ, ਪਰ ਚੇਤਕ ਸਕੂਟਰ ਦੀ ਆਵਾਜ਼ ਤੁਹਾਨੂੰ ਕੋਈ ਨਹੀਂ ਮਹਿਸੂਸ ਹੋਊਗੀ, ਕੋਈ ਆਵਾਜ਼ ਨਹੀਂ, ਕੁਛ ਨਹੀਂ। ਤਾਂ ਇਹ ਇਲੈਕਟ੍ਰਿਕ ਚੇਤਕ ਸਕੂਟਰ ਚੇਤਕ ਜਿਹੜਾ ਹੈ ਉਹ ਤਿਆਰ ਕਰਕੇ ਸਿਮਰ ਨੇ ਦਿੱਤਾ ਹੈ। ਤਾਂ ਇਹ ਕਦੋਂ ਤਿਆਰ ਕੀਤਾ ਸੀ ਸਿਮਰ? ਇਹਨੂੰ ਹੋ ਗਿਆ 5-6 ਮਹੀਨਿਆਂ ਨੂੰ ਹੋ ਗਿਆ। 5-6 ਮਹੀਨੇ ਹੋ ਗਏ। ਤਾਂ ਜੀ ਤੁਹਾਡਾ ਕੀ ਨਾਮ ਹੈ ਬਾਪੂ ਜੀ? ਪਰਮਜੀਤ ਜੀ। ਪਰਮਜੀਤ। ਤਾਂ ਕਿਵੇਂ ਤੁਹਾਨੂੰ ਕਿਵੇਂ ਸ਼ੌਂਕ ਆਇਆ ਕਿ ਬਹੁਤ ਚੇਤਕ ਤਿਆਰ ਕਰਾਉਣਾ ਇਲੈਕਟ੍ਰਿਕ? ਇਹ ਉਹ ਜਾਂਦੇ ਸੀ ਐਵੇਂ, ਹੁਣ ਯਾਰ ਯਾਦਗਰੀ ਬਣੀ ਰਹੂਗੀ ਉਹ ਦੇ ਦੇਣੇ ਕੁਆੜੀਆਂ ਨੂੰ, ਇਹ ਤੁਰ ਜਾਣਾ ਸੀਗਾ। ਹੁਣ ਘਰੇ ਆਪ ਤਾਂ ਕੰਮ ਦਿੰਦਾ ਵਧੀਆ। ਤਾਂ ਕਿਹੜਾ ਮਾਡਲ ਕਿਹੜਾ ਇਹ, ਕਿੰਨਾ ਪੁਰਾਣਾ ਇਹ? ਇਹ ਮਾਡਲ ਤਾਂ ਵਾਵਾ ਪੁਰਾਣਾ ਹੋਊਗਾ, ਮੇਰੇ ਯਾਦ ਨਹੀਂ ਇੰਨਾ। ਤਾਂ ਕਿਵੇਂ ਹੁਣ ਨਜ਼ਾਰਾ ਨਹੀਂ, ਆਉਂਦਾ? ਇਹ ਬਹੁਤ ਵਧੀਆ, 100 ਕਿਲੋਮੀਟਰ ਜਾਂਦਾ, 3 ਬੰਦੇ ਵਾਹੁੰਦਾ ਵਧੀਆ। ਅੱਛਾ 3 ਬੰਦੇ ਬਹਿ ਜਾਂਦੇ? 3 ਬੰਦੇ ਪਰ ਰੇਤੇ ਵੀ ਨਹੀਂ ਕੱਢਦੇ। ਹਾਲਾਂਕਿ ਚਲਾਨ ਵੈਸੇ ਟ੍ਰਿਪਲੀ ਦਾ ਹੋ ਜਾਂਦਾ ਹੈ। ਨਹੀਂ ਨਹੀਂ, ਕੋਈ ਵਾਸਤਾ ਨਹੀਂ, ਕੋਈ ਬਸ ਨਹੀਂ। ਪਰ ਇਹ ਤਾਂ ਇਲੈਕਟ੍ਰਿਕ ਹੁਣ ਤੁਸੀਂ ਤਿਆਰ ਕਰਤਾ। ਤੇ ਆਹ ਦੇਖੋ ਇੱਥੇ ਬੈਟਰੀ ਸਿਸਟਮ ਇਹਦਾ ਨਜ਼ਰ ਆ ਰਿਹਾ ਹੈ। ਇੱਥੇ 80% ਇਹਦੀ ਬੈਟਰੀ ਪਈ ਹੈ, ਯਾਨੀ ਕਿ ਘਰੋਂ ਹੁਣੇ ਤੁਸੀਂ ਤੁਰੇ ਹੀ ਹੋ। ਹਾਂ, ਇੱਕਦਮ ਹੋਰ ਦੱਸ ਕਰ ਜੀ, ਇਹ ਹੁਣ 60,000 ਦਾ ਮੈਨੂੰ ਬਣਾ ਕੇ ਦਿੱਤਾ ਹੈ। ਹਾਂਜੀ। ਤੇ 60,000 ਦੀ ਸਕੂਟਰੀ ਆਉਣਗੀਆਂ, 3 ਆਉਣਗੀਆਂ, 3 ਸਾਲ ਦੀ ਗਾਰੰਟੀ ਹੈ। ਇੱਕ 80 ਹੋ ਗਿਆ ਨਾ ਜੀ, ਇੱਕ ਮੈਨੂੰ 60 ਜੀ ਪਿਆ, ਤੁਹਾਨੂੰ 60 ਜੀ ਪਿਆ। ਹਾਂ ਫਰਕ ਪੈ ਗਿਆ ਨਾ ਇਹ ਚੀਜ਼ ਦਾ। ਤੇ ਇਹਦੀ 3 ਸਾਲ ਦੀ ਗਾਰੰਟੀ ਦਿੱਤੀ ਹੈ ਨਾ, ਠੀਕ ਹੈ। ਸਕੂਟਰੀ ਸਾਲ ਦੀ ਹੁੰਦੀ ਹੈ, ਸਕੂਟਰੀ ਲੋਕੇ ਤੇ ਤਕੜੀ ਚੀਜ਼ ਹੈ। ਅਜੇ 3 ਸਾਲ ਦੀ ਗਾਰੰਟੀ ਹੈ ਇਹਦੀ। 3 ਸਾਲ ਦੀ ਗਾਰੰਟੀ ਦਿੱਤੀ, ਕੋਲੇ ਖੜਾ ਬੰਦਾ। ਹਾਂ ਹਾਂ। ਔਰ ਬੈਟਰੀ ਇਹਦੇ ਵਿੱਚ ਸਿਮਰ ਕਿਹੜੀ ਪਈ? ਲਿਥੀਅਮ ਬੈਟਰੀ ਹੈ ਜੀ। ਲਿਥੀਅਮ ਬੈਟਰੀ ਇਹਦੇ ਬੈਟਰੀ ਵਿੱਚ 3 ਸਾਲ ਦੀ 5-7-10 ਸਾਲ ਤੱਕ ਦੀ ਲਾਈਫ 10 ਸਾਲ ਤਾਂ ਹੀ ਨਹੀਂ ਇਹਦਾ ਜਾਂਦਾ। 10 ਸਾਲ ਤੱਕ। ਹਾਂ, ਤਾਂ ਸਪੀਡ ਕਿੰਨੀ ਕੁ ਜਾਂਦੀ ਹੈ ਇਹਦੀ? 75 ਤੇ ਜੀ। 75 ਤੇ ਸਕੂਟੀ ਦੇ ਬਰਾਬਰ। ਹਾਂ, ਸਕੂਟਰੀ ਨਾਲ ਜ਼ਿਆਦਾ ਸ਼ਰਤ ਲਾਈ ਸੀ ਸਕੂਟਰੀ ਨੇ। ਤੁਸੀਂ ਹਾਂ, ਕਿਵੇਂ? ਕਿੱਲੇ ਦੀ ਵੀ, ਜਿਹੜਾ ਜੇ ਮੈਂ ਪਿੱਛੇ ਰਹਿ ਗਿਆ ਮੈਂ ਦੇ ਦੇਣਾ, ਜੇ ਮੈਂ ਭੱਜ ਗਿਆ ਮੈਂ ਲੈ ਲੈਣਾ। ਅੱਛਾ ਕਿੱਲਾ ਤੁਸੀਂ ਸ਼ਰਤ ਲਾਤੀ ਸੀ? ਹਾਂ, ਤੇ ਮੈਨੂੰ ਪਤਾ ਸੀ ਭਜਾਈਏ ਕਿੱਲਾ ਹੈਗਾ ਕਿ ਕਿੱਲਾ 2 ਕਿੱਲੇ ਮੈਂ ਬੈ ਲੈ ਲੂੰਗਾ ਹੁਣ ਇੱਥੇ। ਨਹੀਂ ਮੈਂ ਪੁੱਛਦਾ ਕਿ ਕਿੱਲਾ ਫਿਰ ਸ਼ਰਤ ਹਾਰ ਕੇ ਕਿ ਜਿੱਤ ਗਏ? ਨਹੀਂ, ਉਹਨੇ ਲਾਈ ਨਹੀਂ। ਅੱਛਾ ਲਾਈ ਨਹੀਂ ਉਹਨੇ? ਪਤਾ ਲੱਗ ਗਿਆ ਉਹਨੂੰ, ਡਰ ਗਿਆ ਸੀਗਾ? ਡਰ ਗਿਆ। ਹਾਂ। ਅੱਛਾ ਜੇ ਵੈਸੇ ਲਾ ਲੈਂਦਾ ਤਾਂ ਜਿੱਤਣਾ ਸੀ? ਜਿੱਤਣਾ ਹੀ ਤਾਂ ਨਾ, ਮੈਂ ਪੰਗਾ ਲੈਂਦਾ ਸਾਂ। ਅੱਛਾ ਕੀ ਬਾਤ। ਮੈਨੂੰ ਤਾਂ ਪਤਾ ਸੀ ਗੱਲ, ਮੇਰੇ ਕੋਲ ਸਕੂਟਰੀ ਹੈਗੀ ਹੈ, ਇਹਦੇ ਨਾਲ ਨਹੀਂ ਜਾਂਦੀ ਉਹ, ਅੱਛਾ ਭੱਜਦੀ ਨਹੀਂ, ਮੈਨੂੰ ਪਤਾ ਹੈਗਾ। ਸਕੂਟੀ ਚਲਾ ਕੇ ਨਜ਼ਾਰਾ ਆਉਂਦਾ ਕਿ ਇਹ ਹਾਂ ਚੰਗੇ, ਹਾਂ ਜੀ, ਆ ਚਲਾ ਕੇ? ਹਾਂ ਜੀ। ਤੇ ਜਿਨ੍ਹਾਂ ਨਾਲ ਸ਼ਰਤ ਲਾ ਰਹੇ ਸੀ ਉਹਨਾਂ ਕੋਲ ਸਕੂਟੀ ਸੀਗੀ? ਨਹੀਂ, ਉਹ ਹਾਊਸ ਸਕੂਟਰੀ ਸੀ ਉਹਨਾਂ ਦੀ। ਅੱਛਾ ਜੀ। ਮੈਂ ਕਹਿੰਦੀ ਨਹੀਂ, ਉਹਨਾਂ ਨੂੰ ਪਤਾ ਲੱਗ ਗਿਆ ਮੁੜ ਉਹ ਕੇ। ਕੌਣ ਸੀਗੇ? ਆਪਣੇ ਸ਼ਿੰਦੇ ਸਰਪੰਚ ਗਏ, ਸਰਪੰਚ। ਵਿਆਹ ਸੀ। ਅੱਛਾ ਵਿਆਹ 'ਚ ਬੈਠੇ? ਵਿਆਹ 'ਚ ਬੈਠੇ 100 ਬੰਦਾ ਹੀ ਕੋਈ। ਠੀਕ ਹੈ, ਸ਼ੁਗਲ ਮੇਲਾ ਲਾਇਆ ਹੋਊਗਾ। ਹਾਂ ਪੂਰਾ। ਅੱਛਾ ਭੱਜ ਗਏ। ਉੱਥੇ ਸ਼ਰਤ ਲੱਗ ਗਈ। ਭੱਜ ਗਏ, ਉਹਨਾਂ ਨੇ ਨਹੀਂ ਲਾਉਂਦੇ। ਇਹ ਠੀਕ ਹੈ। ਮੈਨੂੰ ਪਤਾ ਸੀ। ਮੈਂ ਚਲਾ ਕੇ ਦੇਖ ਸਾਂ। ਦੇਖ ਲੈ ਉਹ ਇਹ ਡਾਕਟਰ ਸਾਹਿਬ ਨਾਲ ਮੁਲਾਕਾਤ ਕਰਾਈ ਸੀ ਇਹਨਾਂ ਨੇ, ਜਿਨ੍ਹਾਂ ਨੇ ਤੁਸੀਂ ਤਿਆਰ ਕੀਤਾ ਹੈ। ਉਹ ਕਹਿੰਦੇ ਘਰੇ ਕੋਈ ਮੰਗਣ ਆਉਂਦਾ, ਕਹਿੰਦੇ ਮੈਂ ਮੋਟਰਸਾਈਕਲ ਦੂਜਾ ਦੇ ਦਿੰਦਾ, ਕਹਿੰਦੇ ਆਹ ਨਹੀਂ ਦਿੰਦਾ ਮੈਂ ਇਲੈਕਟ੍ਰਿਕ ਵਾਲਾ। ਆਇਓ ਬੈਠੋ ਫਿਰ, ਪਿੱਛੇ ਬੈਠੋ ਤੁਸੀਂ। ਤੂੰ ਬੈਠ ਸਿਮਰੇ, ਤੂੰ ਬਹਿ ਜਾ। ਮੈਂ ਇੱਕ ਲੱਗਿਆ, ਤੁਸੀਂ ਬੈਠੋ। ਮੈਂ ਹੁਣ ਰੇਸ ਨਹੀਂ ਹੈ। ਹਾਂ, ਤੇ ਆ ਬ੍ਰੇਕ ਪੈਰ ਵਾਲੀ ਜੀ, ਬ੍ਰੇਕ ਪੈਰਾਂ ਵਾਲੀ ਹੈ। ਜਿੰਨਾ ਮਰਜ਼ੀ ਦਵਾ ਲੈ, ਜਿੰਨੇ ਤਰ ਕਰਦਾ। ਅੱਛਾ ਪੂਰਾ ਵੱਜਦਾ ਜੀ, ਪੂਰਾ ਜਮਾ ਨਜ਼ਾਰਾ, ਨਾਲੇ ਗੋਡਿਆਂ ਨੂੰ ਪਾਲਾ ਨਹੀਂ ਲੱਗਦਾਗਾ, ਨਾਲੇ ਯਾਦਗਿਰੀ ਵੀ ਹੈਗੀ ਆਪਦੀ, ਚੇਤਕ ਦਾ ਤਾਂ ਆਪਣਾ ਹੀ ਸਵਾਦ ਹੈ। ਤੇ ਨਾਲੇ ਬ੍ਰੇਕ ਜੀ ਮਾਰ ਕੇ ਹਾਂ ਨਜ਼ਾਰਾ ਹੀ ਜਮਾ, ਬਹੁਤ ਫਾਇਦਾ। ਪਰ ਨਾ ਪਤਾ ਚੱਲਦਾ, ਆਵਾਜ਼ ਵੀ ਨਹੀਂ ਹੈਗੀ ਕੋਈ। ਤਾਂ ਚੀਜ਼ਾਂ ਹੋਰ। ਅੱਛਾ ਮੁਰਲੀ ਬ੍ਰੇਕ ਵੀ ਚੱਲਦੀ ਹੈ? ਹਾਂ, ਭੁਲੇਖਾ ਜਿਹਾ ਨਹੀਂ ਪੈਂਦਾ ਗੇਅਰ ਪਾਉਣ? ਨਹੀਂ ਸ਼ੁਰੂ ਤਾਂ ਪਿਆ ਹੋਊਗਾ। ਨਹੀਂ ਕੋਈ ਭੁਲੇਖਾ ਨਹੀਂ ਜੀ, ਵਧੀਆ ਜੀ। ਸ਼ੁਰੂ ਤਾਂ ਪਿਆ ਹੋਣਾ ਕਿ ਪਹਿਲਾਂ ਗੇਅਰ ਪਾਉਂਦੇ ਆ ਜਿਵੇਂ ਦੂਜਾ, ਤਾਂ ਫਿਰ ਇਹਦੇ ਵਿੱਚ ਸਾਰੀ ਬੈਟਰੀ ਹੈ ਜੀ। ਹਾਂ, ਅੱਛਾ। ਤਾਂ ਆਹ ਤੁਸੀਂ ਵੇਖ ਸਕਦੇ ਹੋ, ਆ ਜਿਹੜਾ ਚੇਤਕ ਸਕੂਟਰ ਹੈ ਇਹ ਵੀ ਇਲੈਕਟ੍ਰਿਕ ਤਿਆਰ ਕਰ ਦਿੱਤਾ। ਇਹੋ ਜਿਹੇ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ। ਯਾਮਾ ਬਾਈ ਉਹਨਾਂ ਨੇ ਤਿਆਰ ਕੀਤਾ ਸੀ, ਪਹਿਲਾਂ ਸ਼ੁਰੂਆਤ ਸਾਈਕਲ ਤੋਂ ਵੀ ਕੀਤੀ ਹੋਈ ਹੈ, ਹੁਣ ਇਲੈਕਟ੍ਰਿਕ ਜੀਪ ਆ ਗਈ ਹੈ। ਤਾਂ ਆ ਸਿਮਰ ਉਹਨਾਂ ਨੇ, ਜੋ ਉਹਨਾਂ ਦੇ ਦਿਲ ਨੇ ਸੋਚਿਆ ਕਿ ਇਸ ਲਾਈਨ ਦੇ ਵਿੱਚ ਜਾਣਾ ਹੈ, ਇਸ ਲਾਈਨ ਦੇ ਵਿੱਚ ਅੱਗੇ ਜਾ ਕੇ ਮੈਂ ਆਹ ਕੰਮ ਕਰਨਾ, ਤਾਂ ਉਹ ਦੇਖੋ ਕਿਵੇਂ ਹੁਣ ਬੂਰ ਪੈਂਦਾ ਹੋਇਆ ਚੀਜ਼ਾਂ ਨੂੰ ਨਜ਼ਰ ਆ ਰਿਹਾ। ਤਾਂ ਪਿੰਡ ਵਾਲੇ ਵੀ ਸਹਿਯੋਗ ਦਿੰਦੇ ਨੇ, ਫਿਰ ਤਿਆਰ ਕਰਵਾਉਂਦੇ ਨੇ ਚੀਜ਼ਾਂ। ਹੈ ਹੱਥ ਪਿੰਡ ਵਾਲਿਆਂ ਤੇ ਹੀ ਖੋਲਦੇ ਹੋ ਤਾਂ ਆਪਣਾ ਤੁਸੀਂ? ਨਹੀਂ ਜੀ, ਹੱਥ ਤਾਂ ਬਾਹਰ ਲੈ ਖੁੱਲਿਆ। ਜਿਹੜੀ ਕੋਈ ਵੀ ਚੀਜ਼ ਤੁਹਾਨੂੰ ਮੈਂ ਅੱਗੇ ਵੀਡੀਓ 'ਚ ਦੱਸਿਆ ਸੀਗਾ ਕਿ ਜਦੋਂ ਆਪਾਂ ਨੂੰ ਘਰੇ ਵੀ ਕੁਝ ਕਰਕੇ ਵਿਖਾਉਣਾ ਪੈਂਦਾ, ਜਦੋਂ ਆਪਾਂ ਨਾਲ ਤੋਰਨੇ ਆ ਜੀ ਦੁਨੀਆ। ਆਪਾਂ ਨੇ ਜਿਹੜੇ ਮੁੰਡੇ ਆ ਜੀ ਅੱਜ ਕੱਲ ਦੇ, ਕੋਈ ਵੀ ਕੁੜੀਆਂ ਮੁੰਡੇ ਆ, ਉਹ ਇਹ ਸੋਚਦਾ ਕਿ ਸਾਡੀ ਪਹਿਲਾਂ ਕੋਈ ਸਪੋਰਟ ਕਰੂਗਾ, ਪਹਿਲਾਂ ਕੋਈ ਸਪੋਰਟ ਨਹੀਂ ਕਰਦਾ। ਪਹਿਲਾਂ ਤਲਵਾਰ ਨੂੰ ਜੀ ਫੱਟ ਮਾਰਨ ਵਾਸਤੇ ਆਪ ਨੂੰ ਕੁੱਟ ਖਾਣੀ ਪੈਂਦੀ ਆ। ਜੇ ਉਹ ਧਾਰ ਬੰਦੀ ਆ ਤਾਂ ਜਿੱਥੇ ਤਲਵਾਰ ਵੱਜਦੀ ਆ ਜੀ ਉੱਥੇ ਉਹ ਕੱਟ ਦਿੰਦੀ ਆ, ਤੇ ਪਹਿਲਾਂ ਉਹਦੇ ਥੋੜਾ ਸੱਟਾਂ ਵੱਜੀ ਜਾਂਦੀਆਂ। ਉਹ ਚੀਜ਼ ਸੀ। ਪਹਿਲਾਂ ਮੈਂ ਬਾਹਰ ਦੇ ਵਹੀਕਲ ਤਿਆਰ ਕਰਿਆ, ਜਿਵੇਂ ਦੂਰ ਦੇ ਵਹੀਕਲ ਕਾਮਯਾਬ ਹੁੰਦੇ ਗਏ, ਮੇਰੇ ਨਾਲ ਪਿੰਡ ਦੇ ਜੁੜਦੇ ਗਏ ਜੀ। ਹੁਣ ਅੱਜ ਦੇ ਪਿੰਡ ਦੇ ਤੁਸੀਂ ਦੇਖੀ ਜਾਂਦੇ ਜੀ, ਆਸੇ ਪਾਸੇ ਖੜੇ ਆ, ਨਾਲ ਜੁੜੇ ਆ ਜੀ। ਹੁਣ ਮੇਰੇ ਤੇ ਵਿਸ਼ਵਾਸ ਵੀ ਕਰਦੇ ਆ। ਹੁਣ ਚੀਜ਼ ਖੜੀ ਹੈ ਜਿੱਥੇ ਕੋਈ ਦਿੱਕਤ ਹੀ ਨਹੀਂ। ਪਹਿਲਾਂ ਸ਼ੁਰੂ 'ਚ ਦਿੱਕਤ ਜ਼ਰੂਰ ਸੀ, ਪਹਿਲਾਂ ਕਹਿੰਦੇ ਸੀ ਚੱਲਣਾ ਨਹੀਂ, ਇਹਦਾ ਕੀ ਫਾਇਦਾ, ਇਹ ਕਾਮਯਾਬ ਨਹੀਂ ਹੋਣਾ, ਐਵੇਂ ਟੱਕਰਾਂ ਮਾਰੀ ਜਾਂਦਾ, ਕੋਈ ਚੱਜ ਦਾ ਕੰਮ ਵੱਢ ਲਾ। ਪਰ ਹੁਣ ਨਾਲ ਚੱਲੀ ਜਾਂਦੇ, ਹੁਣ ਦੱਸੀ ਜਾਂਦੇ ਜੀ ਕਿੱਲੇ ਦੀ ਸ਼ਰਤ ਲੱਗਦੀ ਆ। ਬਿਲਕੁਲ, ਤਾਂ ਕਿੱਲੇ ਦੀ ਸ਼ਰਤ ਜਿਹੜੀ ਆ ਉਹ ਆ ਚੇਤਕ ਸਕੂਟਰ ਨੂੰ ਲੱਗੀ ਹੈ। ਪਰ ਕਹਿੰਦੇ ਡਰ ਗਏ ਸੀਗੇ, ਸ਼ਰਤ ਨਹੀਂ ਲਾਈ, ਕਿਉਂਕਿ ਪਤਾ ਸੀਗਾ ਕਿ ਹਾਰ ਜਾਾਂਗੇ, ਕਿੱਲਾ ਚਲਾ ਜਾਊਗਾ। ਤਾਂ ਆਹ ਦੇਖੋ, ਆ ਚੇਤਕ ਸਕੂਟਰ ਜਿਹੜਾ ਇਹਨਾਂ ਨੇ ਇਲੈਕਟ੍ਰਿਕ ਤਿਆਰ ਕੀਤਾ, ਔਰ 70-80 ਆਰਾਮ ਨਾਲ ਹੀ ਟੱਚ ਕਰ ਲੈਂਦਾ, ਵਧੀਆ ਨਜ਼ਾਰਾ ਦਿੰਦਾ, ਨਾ ਆਵਾਜ਼ ਆ ਨਾ ਕੁਛ। ਔਰ ਨਾਲੇ ਪੁਰਾਣਾ ਜਿਵੇਂ ਸਕੂਟਰ ਦਾ ਜਿਹਨੂੰ ਪਿਆਰ ਹੁੰਦਾ, ਜਿਹਨੂੰ ਹੁੰਦਾ ਕਿ ਹਾਂ ਸਕੂਟਰ ਹੀ ਰੱਖਣਾ, ਉਹ ਅਜੇ ਵੀ ਚੀਜ਼ ਨੂੰ ਆਪਣਾ ਇੰਜੋਏ ਕਰ ਸਕਦਾ।
ਸਿਮਰ ਭਾਈ ਹੈ ਤਾਂ ਨਜ਼ਾਰਾ ਚਲਾਉਣ ਦਾ ਪੂਰਾ ਇਹਨੂੰ। ਹਾਂਜੀ ਹਾਂਜੀ, ਇਹ ਚਲਾਉਂ ਕੇ ਬੰਦੇ ਨੂੰ ਪਤਾ ਲੱਗਦਾ ਕਿ ਇਹਦੀ ਹੁਣ ਪਾਵਰ ਆ ਜੀ। ਤੁਹਾਨੂੰ ਪਤਾ ਲੱਗਦਾ ਕੋਈ ਇਹਦੀ ਬਬਲਿੰਗ ਨਹੀਂ, ਕੋਈ ਸਟੀਅਰਿੰਗ ਨਹੀਂ ਫੜਨਾ ਪੈਂਦਾ, ਕੋਈ ਅਲਾਈਨਮੈਂਟ ਨਹੀਂ ਆਊਟ ਇਹਦੀ। ਜਿਵੇਂ ਤੁਸੀਂ ਚਲਾ ਰਹੇ ਗੱਡੀ, ਕੋਈ ਖੁੱਚਣ ਦੀ ਕੋਈ ਦਿੱਕਤ ਨਾ 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 ਤੇ ਸਮੂਥ ਲੱਗ ਰਹੀ ਹੈ, ਹਾਂਜੀ। ਬੜੀ ਸਮੂਥ ਜਿਵੇਂ ਚੱਲਦੀ ਹੈ ਗੱਡੀ। ਹਾਂ, ਜਿੱਦਾਂ ਰੀਜਨਲ ਕੰਪਨੀ ਵੱਲੋਂ ਤਿਆਰ ਕੀਤੀ ਗਈ ਹੈ ਜੀ। ਜੀ। ਔਰ ਜਿਵੇਂ ਕੀ ਕਹਿੰਦੇ ਆ ਇਹ ਚੀਜ਼ਾਂ ਬਾਰੇ, ਕਿਉਂਕਿ ਬੈਟਰੀ ਹੈ ਜਿਹੜੀ, ਹਾਂਜੀ। ਕਿਵੇਂ ਆਪਰੇਟ ਫਿਰ ਕਰਨੀ ਹੈ, ਕੀ ਇਹਦੇ ਸਾਰੀ ਡਿਟੇਲਸ ਹੋਣਗੀਆਂ, ਇਹ ਮੋਬਾਈਲ ਦੇ ਉੱਤੇ ਵੀ ਆ ਜਾਂਦਾ ਸਾਰਾ ਚੀਜ਼ਾਂ ਪਤਾ ਚੱਲ ਹਾਂਜੀ ਹਾਂਜੀ, ਇਹ ਮੋਬਾਈਲ ਕੰਟਰੋਲ ਸਿਸਟਮ ਹੈ। ਜਿੱਦਾਂ ਤੁਹਾਨੂੰ ਮੈਂ ਦਿਖਾਉਣਾ, ਮੇਰੇ ਕੋਲ iOS ਫੋਨ ਆ, ਇਹਦੇ ਤੇ ਚੱਲ ਰਿਹਾ ਜੀ। ਜੀ। ਆ ਇਹਦਾ ਸਿਸਟਮ ਆ ਗਿਆ। ਮੋਬਾਈਲ ਤੇ 20% ਤਾਂ ਬੈਟਰੀ ਰਹਿ ਗਈ ਜੀ। ਅੱਛਾ। ਤੇ ਇਹਦਾ ਜਿਹੜਾ ਇੱਥੋਂ ਆਪਾਂ ਜੇ ਬੰਦ ਕਰਤਾ, ਆ ਗਿਆ ਇਹਦਾ ਚਾਰਜਿੰਗ ਟਾਈਮ। ਇੱਥੋਂ ਬੰਦ ਕਰਤਾ ਤਾਂ ਇਹਨੇ ਚਾਰਜ ਕਰਨਾ ਬੰਦ ਕਰ ਦੇਣਾ। ਠੀਕ ਹੈ। ਜਦੋਂ ਚਾਰਜ ਇੱਥੋਂ ਲੱਗਿਆ, ਆਪਾਂ ਅੰਦਰ ਬੈਠੇ ਘੇਰੀ ਰਾਤ ਨੂੰ ਉੱਠ ਕੇ ਨਹੀਂ ਬਾਹਰ ਬੰਦ ਹੁੰਦੀ, ਤਾਂ ਆਪਾਂ ਨੂੰ ਇੱਥੇ ਹੀ ਪਤਾ ਲੱਗ ਜਾਊਗਾ ਕਿ ਗੱਡੀ ਚਾਰਜ ਲੱਗੀ ਪਈ ਆ। ਆਹ ਥਾਂ ਤੇ ਸ਼ੋ ਹੋਊਗਾ ਜੀ ਆਪਣੇ ਕੋਲ, ਇੱਥੇ ਲਿਖਿਆ ਹੋਊ ਕਿੰਨੇ ਟਾਈਮ 'ਚ ਚਾਰਜ ਹੋਊਗੀ। ਠੀਕ ਹੈ। ਤੇ ਉਹ ਆਪਾਂ ਬੰਦ ਕਰ ਦਿਆਂਗੇ ਇੱਥੋਂ। ਚਾਰਜ ਨੇ ਬੰਦ ਹੋ ਜਾਣਾ ਰਾਤ ਨੂੰ ਅੰਦਰ ਬੈਠਾ ਤੋਂ ਹੀ। ਅੱਛਾ ਅੱਛਾ, ਮਤਲਬ ਬਾਹਰ ਉੱਠ ਕੇ ਆਉਣ ਦੀ ਲੋੜ ਨਹੀਂ, ਇੱਥੇ ਨਾ ਨਾ ਚਾਰਜਿੰਗ ਜੀ, ਇੱਥੇ ਬੰਦ ਕਰ ਦੇਣਾ। ਇੱਥੋਂ ਹੀ ਗੱਡੀ ਬੰਦ ਹੋ ਜੂਗੀ ਜੀ, ਆਹ ਪੁਆਇੰਟ ਤੋਂ। ਅੱਛਾ। ਤੇ ਆਪਾਂ ਹੁਣ ਕਰ ਦੇਣੀ, ਗੱਡੀ ਬੰਦ ਹੋ ਜੂਗੀ। ਹੁਣ ਮਤਲਬ ਜਿਵੇਂ ਮੈਂ ਗੱਡੀ ਚਲਾ ਰਿਹਾ ਹਾਂਜੀ, ਇੱਥੋਂ ਬੰਦ ਕਰਤੀ, ਸਟਾਰਟ ਨਹੀਂ ਕਰ ਸਕਦਾ ਕੋਈ। ਕਰੋ ਫਿਰ ਮਾੜੀ ਜੀ ਬੰਦ। ਬੰਦ ਕਰਤੀ, ਫਿਰ ਆਪਾਂ ਨੂੰ ਥੱਲੇ ਸਟਾਰਟ ਕਰਨੀ ਪਊਗੀ। ਥੱਲੇ start ਕਰਨੀ ਥੱਲੇ ਸਟਾਰਟ ਕਰਨੀ ਅੱਛਾ, ਪਊਗੀ। ਅੱਛਾ, ਅੱਛਾ। ਇਹਨੂੰ ਕੋਈ ਛੇੜ ਨਹੀਂ ਸਕਦਾ। ਅੱਛਾ, ਕੋਈ ਛੇੜ ਨਹੀਂ ਸਕਦਾ, ਯਾਨੀ ਕਿ ਜਿਵੇਂ ਬਾਹਰ ਵੀ ਆਪਾਂ ਲਾ ਦਈਏ, ਹਾਂਜੀ। ਕੋਈ ਐ ਨਹੀਂ ਕਿ ਤਾਰਾਂ ਜੋੜ ਕੇ ਨਾ, ਨਾ ਜੀ। ਚਾਬੀ ਦੂਜੀ ਲਾ ਕੇ ਚੋਰੀ ਕਰਕੇ ਲੈ ਇਹ ਜਾਏ। ਚੀਜ਼ ਦਾ ਆਪਾਂ ਚੈਲੰਜ ਕਰ ਦਿੰਨੇ ਜੀ। ਕੋਈ ਵੀ ਬੰਦਾ ਇਹਨੂੰ ਸਟਾਰਟ ਕਰਦੇ ਜਦੋਂ ਮੋਬਾਈਲ ਤੋਂ ਬੰਦ ਕਰਤੀ, ਜਿਹੜੀ ਮੈਂ ਆਪਾਂ ਪਰਸਨਲ ਪੁਰਜਾ ਲਾਇਆ ਉਹਦੇ ਤੇ ਮੈਂ ਦੱਸ ਨਹੀਂ ਸਕਦਾ ਕਿੱਥੇ ਲੱਗਿਆ, ਉਹ ਪੁਰਜੇ ਤੀ ਉੱਪੜ ਗਿਆ, ਜਾਂ ਉਹਨੂੰ ਡਾਇਰੈਕਟ ਕਰਕੇ ਇਹਨੂੰ ਸਟਾਰਟ ਕਰਤਾ, ਆਪਾਂ ਜੀਪ ਦੀ ਸ਼ਾਇਦ ਸ਼ਰਤ ਲਾ ਲਾਂਗੇ ਜੀ ਇਹ ਚੀਜ਼। ਤਾਂ ਆਹ 6 ਲੱਖ ਦੀ ਜੀਪ ਬਾਈ ਫ੍ਰੀ ਚ ਦੇ ਦੂਗਾ ਜੇ ਕੋਈ ਬਿਨਾ ਇਸ ਨੂੰ ਮੋਬਾਈਲ ਬਾਹਰੋਂ ਇਹਨੂੰ ਮੋਬਾਈਲ ਤੋਂ ਬਿਨਾ, ਹਾਂ ਮੋਬਾਈਲ ਤੋਂ ਬਿਨਾ ਸਟਾਰਟ ਕਰਕੇ ਦਿਖਾ। ਹਾਂਜੀ, ਬਾਹਰ ਦੀ ਬਾਹਰ ਜੇ ਕੋਈ ਉਹ ਕਰ ਬਾਹਰ ਵੀ ਦੇਦਾ ਕਰ ਦੇਵੇ। ਜਿੱਦਾਂ ਹੁਣ ਆਪਣੇ ਇੱਥੋਂ ਤਾਰਾਂ ਜੋੜ ਕੇ ਸਟਾਰਟ ਕਰ ਲੈਂਦੇ ਆ, ਜਾਂ ਪੈਟਰੋਲ ਡੀਜ਼ਲ ਗੱਡੀ ਸਟਾਰਟ ਹੋ ਜਾਂਦੀ ਆ, ਉਦਾਂ ਇਹਨੂੰ ਕੋਈ ਸਟਾਰਟ ਕਰ ਲੇ ਜੀ। ਉਦਾਂ ਕੋਈ ਸਟਾਰਟ ਹੋ ਨਹੀਂ ਸਕਦੀ। ਉਦਾਂ ਇੱਥੋਂ ਨਹੀਂ ਇਹ ਸਟਾਰਟ ਹੁੰਦੀ ਜਦੋਂ ਮੋਬਾਈਲ ਤੋਂ ਬੰਦ ਕਰਤੀ। ਠੀਕ ਹੈ, ਠੀਕ। ਉਹ ਮੋਬਾਈਲ ਤੋਂ ਹੀ ਪਰਮਿਸ਼ਨ ਦੇਣੀ ਪਊਗੀ ਜੀ ਇਹਨੂੰ। ਓਕੇ। ਫਿਰ ਇਹ ਤੇ ਆਪਣਾ ਜੀ ਬੈਟਰੀ ਸਿਸਟਮ ਪਤਾ ਲੱਗ ਜਾਂਦਾ, ਕਿੰਨੀ ਵਾਰੀ ਚਾਰਜ ਹੋ ਗਈ, ਕਿੰਨੀ ਡਾਊਨ ਆ। ਤੇ ਇਹਦਾ ਲਾਈਫ ਸਾਈਕਲ ਆ, ਹੁਣ ਜੇ 2 ਵਾਰੀ ਚਾਰਜ ਹੋਈ ਜਦੋਂ ਪਹਿਲਾਂ ਤਾਂ 4500 ਲਾਈਫ ਸਾਈਕਲ ਆ ਜੀ। ਤੇ ਜੇ ਆਪਾਂ ਨੂੰ ਡੇਲੀ ਇੱਕ ਵਾਰੀ ਵੀ ਚਾਰਜ ਕਰਦੇ ਆ ਤਾਂ ਇਹ ਆਪਣਾ 4500 ਵਾਰੀ ਚਾਰਜ ਹੋ ਜੂਗੀ। ਅੱਛਾ, 4500 ਵਾਰੀ ਚਾਰਜ। ਅੱਛਾ, ਇਹ ਸਾਈਕਲ ਵੀ ਹੈ ਇਹਦਾ? ਹੈ, ਹਾਂਜੀ, ਲਾਈਫ ਸਾਈਕਲ ਆ 4500 ਚ ਡੇਲੀ ਇੱਕ ਵਾਰੀ ਚਾਰਜ ਕਰੀ ਤਾਂ 4500 ਦਿਨ ਚਾਰਜ ਹੋ ਜੂ। ਅੱਛਾ। ਹਾਂਜੀ, ਉਸ ਤੋਂ ਬਾਅਦ ਆ ਜਾਂਦੇ ਜਿਹੜਾ ਹੁਣ ਜਿਵੇਂ ਤੁਸੀਂ ਆ ਦੇਖੇ ਨੇ ਮੀਟਰ ਚੱਲਦਾ ਨਹੀਂ ਇਹਦੇ 'ਚ। ਹੁਣ ਜੀ ਇਕੱਲੇ ਟਾਇਰਾਂ ਤੋਂ ਬਿਨਾ ਹੋਰ ਕੁਝ ਵੀ ਨਹੀਂ ਘੁੱਕਦਾ। ਇਹ ਫਿਰ ਜੀਪ ਦੀ ਲੁੱਕ, ਜੀਪ ਦਿਖਾਉਣ ਵਾਸਤੇ ਆਹ ਮੀਟਰ ਨਾਲ ਜੱਚਦਾ ਸੀ ਇਹਦੇ। ਹਾਂਜੀ, ਹਾਂ। ਉਹ ਲੁੱਕ ਬਣਾਉਣ ਵਾਸਤੇ ਸੀ ਇਹ ਮੀਟਰ ਲਾਇਆ ਨਾਲ। ਵੈਸੇ ਹੁਣ ਸਪੀਡ ਦਿਖਾਉਣ ਵਾਸਤੇ ਇੱਕ ਡਿਜੀਟਲ ਮੀਟਰ ਲਾਉਣਾ ਜੀ ਇਹਦੇ 'ਚ ਮੈਂ। ਅੱਛਾ ਜੀ। ਤੇ ਇੱਥੇ 뮤직 ਸਿਸਟਮ ਆ ਜਾਊਗਾ। ਜਿੱਦਾਂ ਆਪਣੀ ਕਿਸੇ ਦੀ ਡਿਮਾਂਡ ਹੁੰਦੀ ਆ ਕਿ ਟਾਇਰ ਚੌੜੇ ਭੀੜੇ ਕਰਨੇ, ਉੱਚੇ ਨੀਵੇਂ, ਉਹ ਜਿੱਦਾਂ ਦੀ ਵੀ ਹੋਊਗੀ ਉਦਾਂ ਦਾ ਹੋ ਜਾਊਗਾ ਜੀ। 뮤직 ਸਿਸਟਮ ਜਿੱਦਾਂ ਮਰਜ਼ੀ ਲਾ ਦਿਓ। ਸਿਸਟਮ ਵੀ ਜਿਹੜਾ ਆਪਣਾ ਇਸੇ ਬੈਟਰੀ ਚੱਲਦਾ ਰਹੂਗਾ? ਹਾਂਜੀ, ਇਸੇ ਬੈਟਰੀ ਤੇ ਸਾਰਾ ਸਿਸਟਮ ਚੱਲ ਜਾਊਗਾ ਜੀ, ਜੋ ਮਰਜ਼ੀ ਲਾ ਸਕਦੇ ਆ। ਤੇ ਓਰੀਜਨਲ ਜੀਪ ਵਾਲਾ ਜੋ ਵੀ ਕੁਝ ਚੱਲਦਾ ਆਪਣੇ ਇਹਦੇ ਤੇ ਕੋਈ ਦਿੱਕਤ ਨਹੀਂ ਆਉਂਦੀ। ਠੀਕ ਹੈ। ਬਾਕੀ ਹੁਣ ਤੁਸੀਂ ਦੱਸ ਸਕਦੇ ਜੇ ਚਲਾਉਣ ਬਾਰੇ। ਚਲਾ ਕੇ ਤਾਂ ਚਲਾ ਰਹੇ ਆ ਹੁਣ। ਲੋ ਚ ਜਾ ਰਹੀ ਹੈ ਜੀ ਇਹ। ਹਾਂ, ਆ ਲੋ ਸਪੀਡ ਆ, ਲੋ ਗੇਅਰ ਇਹਦਾ। ਅੱਛਾ ਅੱਛਾ ਅੱਛਾ। ਤੇ ਜਿਹੜਾ ਹਾਈ ਕਰੀਏ? ਹਾਂ, ਆਪਣੀ ਰੋਕ ਕੇ ਹਾਈ ਚ ਭੱਜ ਲੂਗੀ ਜੀ। ਅੱਛਾ, ਹਾਈ ਚ ਭੱਜ। ਮੈਂ ਠੀਕ ਹੈ, ਸਲੋ ਹੀ ਚਲਾਈਏ ਤਾਂ ਠੀਕ ਹੈ। ਹਾਂਜੀ, ਮੈਂ ਗੱਡੀ ਵੈਸੇ ਸਲੋ ਹੀ ਚਲਾਉਣੀ ਚਾਹੀਦੀ ਹੈ ਸਾਰਿਆਂ ਨੂੰ। ਹਾਂਜੀ, ਤਾਂ ਕੋਈ ਕੰਮ ਕੁਮ ਆ ਜੇ ਕੁਝ। ਆ ਇਹਦਾ ਮੋਬਾਈਲ ਚਾਰਜਿੰਗ ਪੁਆਇੰਟ ਆ ਗਿਆ ਜੀ। ਸਮੋਕ ਸਿਸਟਮ ਆ ਗਿਆ। ਹਾਂ। ਕਈ ਬੰਦੇ ਸਮੋਕ ਕਰਦੇ ਆ ਗੱਡੀਆਂ 'ਚ ਹੁੰਦਾ ਜੀ। ਜੀ 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 ਜੀ।